ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਹਰਿਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਪ੍ਰਾਪਤ ਹਨ। ਮਹਾਨ ਵਿਦਵਾਨ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ ਦੀਆਂ ਵਾਰਤਕ ਸੰਖੇਪ ਸਾਖੀਆਂ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਕੱਲ ਤੱਕ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਜੀਵਨ ਪ੍ਰਸੰਗ ਪੰਥ ਖਾਲਸੇ ਦੀ ਸਾਜਣਾ ਦਾ ਤੱਕ ਦੇ ਪ੍ਰਸੰਗ ਸਰਵਣ ਕੀਤੇ ਹੈ। ਤੋ ਇਸ ਹੁਣ ਕਥਾ ਜਿਹੜੀ ਕੌਤਕ ਦੀ ਕਹਿ ਸੁਣ ਕੇ ਸਾਰੀ ਫਿਰ ਰਾਤ ਬਿਤਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਧਿਆਨ ਕਰਕੇ ਗੁਰੂ ਸਾਹਿਬ ਨੇ ਹੁਕਮ ਦਿੱਤਾ 1100 ਰੁਪਏ ਦਾ ਕੜਾਹ ਪ੍ਰਸ਼ਾਦ ਤਿਆਰ ਹੋਵੇ ਤੇ ਦੀਵਾਨ ਕੇਸਗੜ੍ਹ ਲੱਗੇ। ਇਹ ਹੁਕਮ ਮੇਵੜਿਆਂ ਦੁਆਰਾ ਸੁਣ ਕਰਕੇ ਸਭ ਸੰਗਤ ਬਹੁਤ ਖੁਸ਼ੀ ਦੇ ਨਾਲ ਕੇਸਗੜ੍ਹ ਜਾ ਕੇ ਇਕੱਠੀ ਹੋਈ। ਸੋਚਣ ਲੱਗੀ ਦੇਖੀਏ ਅੱਜ ਗੁਰੂ ਸਾਹਿਬ ਜੀ ਕੀ ਕੁਛ ਦਿਖਾਉਣਗੇ। ਤਦ ਨੂੰ ਸਤਿਗੁਰੂ ਜੀ ਸਫੈਦ ਪੋਸ਼ਾਕ ਧਾਰਨ ਕਰਕੇ ਸਨੱਧ ਸਿੰਘਾਸਣਪੁਰੇ ਆ ਵਿਰਾਜੇ। ਗਿਆਨੀ ਗਿਆਨ ਸਿੰਘ ਜੀ ਨੇ 2 ਦਿਨ ਦੀ ਘਟਨਾ ਦਾ ਜ਼ਿਕਰ ਕੀਤਾ ਪਰ ਇਹ ਵਿਸਾਖੀ ਦਾ ਹੀ ਦਿਹਾੜਾ ਸਮਝਣਾ ਹੈ। ਜਿਨ੍ਹਾਂ ਸਤਿਗੁਰਾਂ ਦੇ ਨਾਲ ਉਸ ਸਮੇਂ 500 ਯੋਧਾ ਇੱਕ ਤੋਂ ਇੱਕ ਵੱਧ ਕੇ ਮਸ਼ੈਲਾ ਗੁਛੈਲਾ ਸ਼ਸਤਰ ਧਾਰੀ ਸੀ। ਉਹ ਸਾਰੇ ਇੱਕ ਪਾਸੇ ਵੀਰ ਆਸਣ ਆ ਕੇ ਬੈਠੇ। ਗੁਰੂ ਸਾਹਿਬ ਜੀ ਨੇ ਸਰਬਲੋਹ ਦੇ ਬਾਟੇ ਵਿੱਚ ਸਤਲੁਜ ਦਾ ਜਲ ਪਾ ਕੇ ਉਹਨਾਂ 5 ਪਿਆਰਿਆਂ ਨੂੰ ਕਛਹਿਰਾ ਕਿਰਪਾਨ ਇਤਿਆਦਿਕ ਸਾਰੇ ਪੋਸ਼ਾਕੇ ਸਫੈਦ ਪੋਸ਼ਾਕੇ ਧਾਰਨ ਕਰਾ ਕੇ ਆਪਣੇ ਸਨਮੁਖ ਖੜੇ ਕਰਕੇ ਹੁਕਮ ਦਿੱਤਾ ਕਿ ਸ੍ਰੀ ਵਾਹਿਗੁਰੂ ਜੀ ਦਾ ਜਾਪ ਤੇ ਅਕਾਲ ਪੁਰਖ ਦਾ ਧਿਆਨ ਕਰਦੇ ਰਹੋ। ਆਪ ਉਸ ਵਾਟੇ ਵਿੱਚ ਸਿੱਧੀ ਧਾਰ ਖੰਡਾ ਫੇਰਦੇ ਅੰਮ੍ਰਿਤ ਤਿਆਰ ਕਰਨ ਲੱਗੇ। ਅੰਮ੍ਰਿਤ ਤਿਆਰ ਕਰਨ ਦੀ ਜਿਹੜੀ ਵਿਧੀ ਹੈ ਅੰਮ੍ਰਿਤ ਪ੍ਰਕਾਸ਼ ਪੁਸਤਕ ਦੇ ਵਿੱਚ ਖੋਲ੍ਹ ਕੇ ਲਿਖੀ ਹੋਈ ਹੈ। ਕਿਸੇ ਥਾਂ ਲਿਖਿਆ ਕਿ ਪਹਿਲੇ ਜੋ ਬਿਨਾਂ ਪਤਾਸਿਆਂ ਦੇ ਅੰਮ੍ਰਿਤ ਬਣਿਆ ਸੀ ਉਸ ਨੂੰ ਪੀ ਕੇ 2 ਚਿੜੇ ਆਪਸ ਵਿੱਚ ਲੜ ਕੇ ਮਰ ਗਏ। ਤੋ ਐਡਾ ਭਾਰੀ ਤੇਜ ਵਾਲਾ ਅੰਮ੍ਰਿਤ ਬਣਿਆ ਸੁਣ ਕੇ ਮਾਤਾ ਜੀ
ਉਹਨਾਂ ਨੇ ਆ ਕੇ ਮਾਤਾ ਜੀਤੋ ਜੀ ਨੇ ਪਤਾਸੇ ਪਾਏ। ਤੋ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਕਥਾਵਾਂ ਗ੍ਰੰਥਾਂ ਵਿੱਚ ਸੁਣਨ ਨੂੰ ਪੜ੍ਹਨ ਨੂੰ ਮਿਲਦੀਆਂ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਇਉਂ ਜਪਜੀ ਸਾਹਿਬ ਦਾ ਪਾਠ ਅਜੇ ਸਮਾਪਤ ਨਹੀਂ ਹੋਇਆ ਸੀ। ਜੋ ਮਾਤਾ ਜੀਤੋ ਜੀ ਗੁਰੂ ਕੀ ਜੇਸ਼ਟਾ ਪਤਨੀ ਹੈ, ਉਹ ਪਤਾਸੇ ਲੈ ਕੇ ਆ ਪਹੁੰਚੀ ਤੇ ਉਸੇ ਬਾਟੇ ਵਿੱਚ ਪਤਾਸੇ ਪਾ ਕੇ ਗੁਰੂ ਸਾਹਿਬ ਦੇ ਖੱਬੇ ਪਾਸੇ ਬੈਠ ਗਈ। ਗੁਰੂ ਸਾਹਿਬ ਜੀ ਨੇ ਫਿਰ ਜਾਪ ਸਾਹਿਬ, ਸਵਈਏ, ਚੌਪਈ ਔਰ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਆਖਿਆ ਕਿ ਤੁਸੀਂ ਬਹੁਤ ਚੰਗਾ ਧਰਮ ਮਰਜ਼ਾਦਾ ਦਾ ਕੰਮ ਕੀਤਾ ਹੈ। ਜੋ ਪੰਥ ਰਚਨ ਦੇ ਵਿੱਚ ਨਾਲ ਮਿਲ ਗਏ ਹੋ, ਐਸੇ ਉੱਤਮ ਕਾਰਜ ਦੇ ਅਨੁਸ਼ਠਾਨ ਇਹ ਸਿੱਧ ਕਰਨ ਲਈ ਤੁਹਾਡਾ ਸਾਡੇ ਨਾਲ ਹੋਣਾ ਆਵਸ਼ਕ ਸੀ, ਕਿਉਂਕਿ ਈਸ਼ਵਰ ਵੀ ਮਾਇਆ ਦੁਆਰਾ ਹੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ। ਤਿਉਂ ਹੀ ਅਸਾਂ ਵੀ ਅਕਾਲ ਪੁਰਖ ਦੇ ਹੁਕਮ ਨਾਲ ਖਾਲਸਾ ਪੰਥ ਇਹ ਸ੍ਰਿਸ਼ਟੀ ਰਚਨ ਦਾ ਉਦਮ ਕੀਤਾ ਹੈ। ਇੰਨਾ ਕਹਿ ਕੇ ਗੁਰੂ ਸਾਹਿਬ ਨੇ ਅੰਮ੍ਰਿਤ ਦੇ ਬਾਟੇ ਵਿੱਚੋਂ ਖੰਡੇ ਦੀ ਨੋਕ ਨਾਲ 5 ਵਾਰੀ ਪਹਿਲੇ ਆਪਣੇ ਮੁਖਾਰਵਿੰਦ ਵਿੱਚ ਅੰਮ੍ਰਿਤ ਪਾ ਕਰਕੇ ਫਿਰ ਉਹਨਾਂ ਨੂੰ ਇਸ ਪ੍ਰਕਾਰ ਛਕਾਇਆ। ਪਹਿਲੇ 5 ਚੁਲੇ ਛਕਾਏ, ਫਿਰ ਕੇਸਾਂ ਵਿੱਚ ਪਾਏ, ਪੁਨः ਫਿਰ ਨੇਤਰਾਂ ਵਿੱਚ ਛਿੜਕਾਏ। ਹਰੇਕ ਚੁਲੇ ਨਾਲ ਬੋਲ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਸਾਹਿਬ ਜੀ ਬੁਲਾਉਂਦੇ ਗਏ ਤੇ ਉਹ ਸਿੱਖ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਨਾਲ ਬੋਲਦੇ ਗਏ। ਫਿਰ ਗੁਰਮੰਤਰ ਜਪਜੀ ਸਾਹਿਬ ਦੀ ਪਹਿਲੀ ਪੌੜੀ 5 ਵਾਰੀ ਉਚਾਰਨ ਕਰਵਾ ਕੇ ਫਿਰ ਕੜਾਹ ਪ੍ਰਸ਼ਾਦ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਛਕਾ ਕੇ ਖਾਲਸੇ ਦੀ ਰਹਿਤ ਦੱਸੀ ਕਿ ਕਸ਼ਹਿਰਾ, ਕਿਰਪਾਨ, ਕੇਸ, ਕੰਘਾ ਤੇ ਕੜਾ ਇਹ ਹਮੇਸ਼ਾ ਰੱਖਣੇ ਹਨ। ਕੁੱਠਾ, ਤਮਾਕੂ, ਮੁਸਲੀ ਇਹ ਨਹੀਂ ਵਰਤਣੇ। ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਅੱਜ ਤੋਂ ਤੁਸੀਂ ਸੋਢ ਵੰਸ਼ ਖਾਲਸਾ ਛਤਰੀ ਵਰਨ ਸਿੰਘ ਨਾਮ ਵਾਸੀ ਆਨੰਦਪੁਰ ਜਨਮ ਕੇਸਗੜ੍ਹ ਇੱਕ ਗੁਰੂ ਪਿਤਾ ਦੇ ਪੁੱਤਰ ਹੋਏ। ਪਿਛਲੀ ਜਾਤ ਹੁਣ ਜਾਂਦੀ ਰਹੀ। ਖੇਤੀ, ਵਣਜ, ਸ਼ਾਸਤਰ ਦੀ ਜਾਂ ਕਲਮ ਦੀ ਮਜ਼ਦੂਰੀ ਇਹ 4 ਪ੍ਰਕਾਰ ਦੀ ਜੀਵਕਾ ਕਰਨੀ ਹੈ। ਗੁਲਾਮੀ ਨਹੀਂ ਕਰਨੀ, ਭੀਖ ਨਹੀਂ ਮੰਗਣੀ, ਦਾਨ ਨਹੀਂ ਲੈਣਾ, ਅਨਮਤੀਆਂ ਦੀ ਸੰਗਤ ਨਹੀਂ ਕਰਨੀ, ਜਾਤ ਪਾਤ ਦਾ ਭੇਦ ਭਰਮ ਨਹੀਂ ਰੱਖਣਾ, ਬੇਟੀ ਆਪਸ ਵਿੱਚ ਲੈਣੀ ਦੇਣੀ, ਸਾਕ ਸੰਬੰਧ ਸਿੰਘ ਨਾਲ ਸਿੰਘ ਕਰੇ, ਅਨਮਤੀ ਨਾਲ ਨਹੀਂ ਕਰਨਾ, ਚੋਰੀ, ਠੱਗੀ, ਨਿੰਦਾ, ਚੁਗਲੀ, ਬਖੀਲੀ, ਤੜਵੈਲਤਾ ਇਹ ਨਹੀਂ ਕਰਨੀ ਹੈ। ਸਿੱਖ ਸਾਧ ਦੀ ਸੇਵਾ, ਗਰੀਬ ਦੀ ਪਾਲਣਾ, ਗੁਰਬਾਣੀ ਦਾ ਉਚਾਰ ਸਦਾ ਕਰਦੇ ਰਹਿਣਾ। ਬਿਨਾਂ ਅਕਾਲ ਪੁਰਖ ਤੇ ਆਪਣੇ ਇਸ਼ਟ ਗੁਰੂ ਤੋਂ ਹੋਰ ਕਿਸੇ ਦੇਵੀ ਦੇਵਤਾ, ਮੜੀ ਮਸਾਣੀ ਮੂਰਤੀ ਅੱਗੇ ਸਿਰ ਨਹੀਂ ਨਿਵਾਉਣਾ ਹੈ। ਵਾਹਿਗੁਰੂ ਦਾ ਸਿਮਰਨ, ਸਤਸੰਗ, ਸ਼ਾਸਤਰ ਵਿਦਿਆ ਦਾ ਨਿਤ ਅਭਿਆਸ ਕਰਨਾ। ਮੀਣੇ ਮਸੰਦ, ਧੀਰ ਮੱਲੀਏ, ਰਾਮ ਰਾਈਏ, ਸਿਰ ਗੁੰਮ ਇਹਨਾਂ 5 ਨਾਲ ਮੇਲ ਨਹੀਂ ਰੱਖਣਾ ਹੈ। ਮੀਣੇ ਭਾਵ ਜਿਹੜੇ ਸੋਢੀ ਪ੍ਰਿਥੀ ਚੰਦ ਦੇ ਅਨਿਆਈ ਬਣੇ ਹੋਏ ਸਨ, ਉਹਨਾਂ ਨੂੰ ਫਿਰ ਪ੍ਰਿਥੀ ਚੰਦ ਤੋਂ ਮੀਣੇ ਕਿਹਾ ਗਿਆ। ਪਸੰਦ ਉਹਨਾਂ ਦਾ ਜਿਹੜਾ ਹੈ ਨਾਮ, ਗੁਰੂ ਸਾਹਿਬ ਦੀ ਜਿਹੜੇ ਮਸੰਦ ਫਿਰ ਉਹਨਾਂ ਦਾ ਨਾਮ ਲੈ ਕੇ ਕਾਰ ਭੇਟਾਂ ਲੈਣ ਜਾਂਦੇ ਸੀ ਤੇ ਉਹ ਸਿੱਖਾਂ ਨੂੰ ਤੰਗ ਕਰਕੇ ਪੈਸੇ ਲੈਂਦੇ ਸੀ। ਹੁਣ ਉਹ ਆਪਣੇ ਆਪ ਨੂੰ ਫਿਰ ਉਦਾਸੀ ਸਾਧ ਸਦਵਾਉਣ ਲੱਗ ਪਏ। ਧੀਰ ਮੱਲੀਏ ਇਹ ਕਰਤਾਰਪੁਰੀਏ ਸੋਢੀ ਨੇ। ਰਾਮ ਰਾਈਏ ਜਿਹੜੇ ਰਾਮ ਰਾਏ ਜੀ ਦੇ ਮਸੰਦ ਸੇਵਕ ਸਨ। ਸਿਰ ਗੁੰਮ ਭਾਵ ਹੈ ਕਿ ਸਿਰ, ਮੂੰਹ, ਮੁੰਨਾ, ਚੋਟੀ ਕਟਿਆਂ ਦਾ ਨਾਮ ਹੈ। ਇਹਨਾਂ 5 ਵਿੱਚੋਂ ਜਿਹੜਾ ਫਿਰ ਖੰਡੇ ਦਾ ਅੰਮ੍ਰਿਤ ਛਕ ਲੇ ਉਹਦੇ ਨਾਲ ਨਿਸ਼ੰਗ ਵਰਤਿਆ ਜਾ ਸਕਦਾ ਹੈ, ਕਿਉਂਕਿ ਮਹਾਰਾਜ ਨੇ ਕਿਹਾ ਕਿ ਉਹ ਤੁਹਾਡਾ ਗੁਰ ਭਾਈ ਹੋ ਗਿਆ ਤੇ ਦੂਜੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਮੇਲ ਨਹੀਂ ਰੱਖਣਾ ਹੈ। ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਨਾਲ ਹੀ ਇਹ ਵੀ ਦੱਸਿਆ ਵੀ 5 ਨਾਲ ਮੇਲ ਨਹੀਂ ਰੱਖਣਾ, ਨਾ ਹੀ ਕੁੜੀ ਮਾਰ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਕਰਨੀ ਹੈ। ਔਰ ਜੰਮਣ, ਮਰਨ, ਮੰਗਣਾ, ਵਿਆਹ ਇਹ ਜਿਹੜੇ ਵਿਹਾਰ ਨੇ ਸਾਰੇ ਗੁਰੂ ਮਰਜ਼ਾਦਾ ਦੇ ਅਨੁਸਾਰ ਕਰਿਆ ਕਰਨੇ ਹਨ। ਜੋ ਵੀ ਮਰਜ਼ਾਦਾ ਕਈ ਤਵਾਰੀਖਾਂ ਵਿੱਚ ਇਹ ਵੀ ਲਿਖਿਆ ਹੈ
ਕਿ ਉਸ ਸਮੇਂ ਕਰਮ ਨਾਸ, ਧਰਮ ਨਾਸ, ਜਨਮ ਨਾਸ, ਭਰਮ ਨਾਸ, ਸ਼ਰਮ ਨਾਸ, ਇਹ 5 ਉਪਦੇਸ਼ ਗੁਰੂ ਸਾਹਿਬ ਨੇ ਸਿੱਖਾਂ ਨੂੰ ਦ੍ਰਿੜ ਕਰਵਾਏ ਸੀ ਕਿ ਪਿਛਲੀ ਜਾਤ ਦੇ ਕਰਮ ਨਹੀਂ ਕਰਨੇ, ਇਹ ਕਰਮ ਨਾਸ ਹੋ ਗਏ। ਫਿਰ ਮਹਾਰਾਜ ਕਹਿਣ ਲੱਗੇ ਕਿ ਜੋ ਧਰਮ ਸੀ ਪਿਛਲਾ ਸਭ ਤਿਆਗ ਕੇ ਇੱਕ ਖਾਲਸਾ ਧਰਮ, ਸਿੱਖ ਖਾਲਸਾਈ ਧਰਮ ਦੇ ਵਿੱਚ ਇਹ ਸ਼ਾਮਲ ਹੋ ਜਾਣਾ। ਇਸ ਕਰਕੇ ਪਿਛਲੇ ਧਰਮ ਨਾਸ ਦਾ ਵੀ ਜਿਹੜਾ ਹੈ ਕਿ ਜਿਵੇਂ ਉਹ ਧਰਮ ਜੋ ਪਿੱਛੇ ਤੁਸੀਂ ਧਾਰੇ ਹੋਏ ਸੀ, ਕੋਈ ਜੰਝੂ ਪਾਉਂਦਾ ਹੀ ਕੁਛ ਕਰਦਾ ਸੀ, ਉਹ ਨਹੀਂ ਧਾਰਨੇ, ਹੁਣ ਸਿੰਘ ਧਰਮ ਧਾਰਨਾ ਹੈ। ਪਿਛਲਾ ਜਿਹੜਾ ਵੀ ਜਨਮ ਨਾਸ਼ ਦਾ ਭਾਵ ਹੈ ਕਿ ਜੋ ਹੁਣ ਜਨਮ ਹੋਇਆ ਸੀ ਉਹ ਜਾਂਦਾ ਰਿਹਾ, ਹੁਣ ਗੁਰੂ ਦੇ ਘਰ ਵਿੱਚ ਜਨਮ ਹੋ ਗਿਆ। ਜੋ ਮਹਾਰਾਜ ਦੇ ਬਚਨ ਵੀ ਨੇ, ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਮਾਤਾ ਪਿਤਾ ਤੋਂ ਖਾਲਸਾ ਜੀ ਤੁਸੀਂ ਜਨਮ ਲਿਆ, ਮਹਾਰਾਜ ਕਹਿੰਦੇ ਉਹਦੇ ਨਾਲ ਜੰਮਣ ਮਰਨ ਦੇ ਗੇੜੇ ਉਸੇ ਤਰ੍ਹਾਂ ਚੱਲੀ ਜਾਂਦੇ ਆ। ਜਦੋਂ ਇਸ ਤਰ੍ਹਾਂ ਕੋਈ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕਰਕੇ ਗੁਰੂ ਦਾ ਹੋ ਜਾਂਦਾ ਹੈ, ਉਹਦਾ ਫਿਰ ਗੁਰੂ ਦੇ ਘਰ ਵਿੱਚ ਜਨਮ ਹੋ ਜਾਂਦਾ, ਇਸ ਨਾਲ ਜਨਮ ਮਰਨ ਨਾਸ਼ ਹੋ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਭਰਮ ਨਾਸ਼, ਭਾਵ ਦੇਵੀ ਦੇਵਤਾ ਮੜੀ ਮਸਾਣੀ ਸਰਾਧ ਖਿਆ ਕਰਨੇ ਜਾਂ ਮੋਏ ਹੋਏ ਪਿੱਤਰ ਮੰਨਣੇ, ਇਹ ਭਰਮ ਨੇ, ਇਹ ਵੀ ਗੁਰੂ ਸਾਹਿਬ ਨੇ ਖਾਲਸੇ ਦੇ ਨਾਸ਼ ਕਰ ਦਿੱਤੇ। ਸ਼ਰਮ ਦਾ ਭਾਵ ਹੈ ਲੋਕ ਲਾਜ। ਕਈ ਵਾਰ ਅਸੀਂ ਉਹ ਕੰਮ ਕਰਦੇ ਹਾਂ ਕਿ ਲੋਕ ਲਾਜ ਰੱਖਦੇ ਹਾਂ, ਜਾਂ ਫਿਰ ਕੁੱਲ ਲਾਜ ਵੀ ਸਾਡੀ ਕੁੱਲ 'ਚ ਐਂ ਚੱਲਦਾ ਸੀ, ਜੇ ਮੈਂ ਨਾ ਕੀਤਾ ਕੁੱਲ ਵਾਲੇ ਕੀ ਕਹਿਣਗੇ, ਕੁੱਲ ਲਾਜ ਵੀ ਛੱਡ ਦੇਣੀ ਹੈ। ਫਿਰ ਵੇਦ ਲਾਜ ਹੁੰਦੀ ਹੈ ਕਿ ਨਹੀਂ, ਵੇਦ ਰੀਤੀ ਤਾਂ ਇਹ ਕਹਿੰਦੀ ਉਹ ਵੀ ਛੱਡਣੀ। ਇਹ ਤਿੰਨੇ ਲੱਜਾਂ ਅੱਜ ਤੋਂ ਮਹਾਰਾਜ ਕਹਿੰਦੇ ਤੁਹਾਡੀਆਂ ਖਤਮ ਹੋ ਗਈਆਂ, ਟੁੱਟ ਗਈਆਂ। ਇਸ ਕਰਕੇ ਸ਼ਰਮ ਨਾਸ਼ ਹੋ ਗਈ। ਬੰਧਨ ਤੋਰ ਭਏ ਨਿਰਵੈਰ, ਇਹੋ ਜਿਹੇ ਬਹੁਤ ਉਪਦੇਸ਼ ਨੇ ਜਿਹੜੇ ਮੁਹੱਈਤ ਆਜਮ ਵਿੱਚ ਕਾਫੀ ਖਾਂ, ਜਿਹੜਾ ਕਿ ਉਸ ਵੇਲੇ ਜੋ ਜਿਹੜਾ ਹੈ ਇੱਕ ਤਰ੍ਹਾਂ ਦਾ ਸਾਰਾ ਲਿਖਤਾਂ ਪੜ੍ਹਤਾਂ ਪੁਰਾਣੇ ਸਮਿਆਂ ਵਿੱਚ ਜਿਵੇਂ ਇਕੱਠ ਹੁੰਦੇ ਸੀ, ਸੂਈਏ ਵਗੈਰਾ ਬਹੁਤ ਚਲੇ ਜਾਂਦੇ ਸਨ। ਇਹ ਮੁਨਸਫ ਸੀ ਉਸ ਸਮੇਂ, ਉਹਨੇ ਆਪਣਾ ਭਾਵੇਂ ਜੈਦ ਨਾਲ ਹੀ ਲਿਖੇ ਹੋਣ, ਪਰ ਗੁਰੂ ਕੇ ਸਿੱਖਾਂ ਨੂੰ ਉਹਨਾਂ ਦਾ ਕਥਨ ਐਸਾ ਦ੍ਰਿੜ ਧਾਰਨਾ ਚਾਹੀਦਾ ਜਿਵੇਂ ਜੈਨ ਧਰਮ ਵਾਲੇ ਪੰਡਤ ਬੋਧ ਦੇਵ ਦੀ ਰਚੀ ਹੋਈ ਭਾਗਵਤ ਵਿੱਚ ਕ੍ਰਿਸ਼ਨ ਜੀ ਦੇ ਕੁਕਰਮ ਵਰਨੇ ਹੋਇਆਂ ਨੂੰ ਵੀ ਵੈਸ਼ਨੂ ਲੋਕਾਂ ਨੇ ਸੁਕਰਮ ਮੰਨ ਲਿਆ। ਤੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਉਪਦੇਸ਼ ਦਿੱਤਾ ਹੈ ਕਿ ਕੋਈ ਵੀ ਜਿਹੜੀ ਗੁਰਮਰਜ਼ਾਦਾ ਦੇ ਅਨੁਸਾਰ ਹੀ ਸਾਰੇ ਸੰਸਕਾਰ ਕਰਨੇ ਹੈ, ਅਨਮਤੀਆਂ ਦੇ ਅਨੁਸਾਰ ਮਰਨੇ ਪਰਨੇ ਦਾ ਵਿਹਾਰ ਨਹੀਂ ਕੋਈ ਕਰਨਾ ਹੈ। ਇਸੇ ਤਰ੍ਹਾਂ ਖਾਲਸਾ ਧਰਮ ਦੇ ਕਾਇਮ ਰੱਖਣੇ, ਸੁਧਾਰ ਦੇ ਵਾਸਤੇ ਉਪਦੇਸ਼ ਔਰ ਮ੍ਰਿਗੇਸ਼ ਪਦ ਵੀ ਖਾਲਸੇ ਨੂੰ ਦੇ ਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਤੁਸੀਂ ਪੰਜੇ ਮੇਰੇ ਪਿਆਰੇ ਹੋਏ। ਜਿੱਥੇ ਕੋਈ ਸਿੱਖ ਗੁਰੂ ਨਿਮਿਤ ਕੜਾਹ ਪ੍ਰਸ਼ਾਦ ਕਰੇਗਾ, ਉਹ ਤੁਹਾਡੇ ਨਾਮ ਦਾ ਛਾਂਦਾ ਕੱਢ ਕੇ ਸੰਗਤ ਨੂੰ ਵਰਤਾਏਗਾ, ਸੋ ਪ੍ਰਤੱਖ ਵੇਖੀਦਾ ਹੈ। ਇਹੀ ਪ੍ਰਯਤਨ ਰੀਤੀਆਂ ਸੰਪਰਦਾਵਾਂ ਵਿੱਚ ਹੁਣ ਵੀ ਇਹੀ ਰੀਤੀ ਹੈ ਕਿ 5 ਗੱਫੇ ਜਿਹੜੇ ਪਹਿਲੇ ਹਨ ਉਹ ਜਿਹੜੇ ਹੈ ਉਹ 5 ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਵਰਤਾਏ ਜਾਂਦੇ ਹਨ। ਉਸ ਤੋਂ ਬਾਅਦ ਫਿਰ ਪਾਠੀ ਸਿੰਘ ਦਾ ਗੱਫਾ ਰੱਖਿਆ ਜਾਂਦਾ ਹੈ, ਤੇ ਜਿਹੜਾ ਆਪਾਂ ਮਹਾਰਾਜ ਦੀ ਹਜ਼ੂਰੀ ਵਿੱਚ ਰੱਖਦੇ ਹਾਂ ਉਹ ਗੁਰੂ ਸਾਹਿਬ ਦਾ ਨਹੀਂ ਹੁੰਦਾ ਹੈ ਗੱਫਾ, ਗੁਰੂ ਸਾਹਿਬ ਨੂੰ ਪਹਿਲਾਂ ਭੋਗ ਲੱਗ ਚੁੱਕਿਆ। ਉਸ ਤੋਂ ਬਾਅਦ 5 ਪਿਆਰੇ, ਫਿਰ ਜਿਹੜਾ ਤਾਬਿਆਂ ਕੋਈ ਵੀ ਸਿੱਖ ਬੈਠਾ ਹੈ ਹਜ਼ੂਰੀ ਦੀ ਸੇਵਾ ਕਰ ਰਿਹਾ, ਉਹਦਾ ਗੱਫਾ ਕੱਢਣਾ। ਕਾਰਨ ਉਹਦਾ ਵੀ ਉਸ ਤੋਂ ਬਾਅਦ ਦੇਗ ਵਰਤ ਜੇ ਹਜ਼ੂਰੀ ਵਾਲਾ ਰਹਿ ਨਾ ਜਾਵੇ, ਇਸ ਕਰਕੇ ਜਿਹੜਾ ਫਿਰ ਆਪਾਂ ਕੌਲੀ ਬਾਟੀ ਦੇ ਵਿੱਚ ਦੇਗ ਪਾ ਕਰਕੇ ਰੱਖਦੇ ਹਾਂ। ਇਹ ਗੁਰਮੁਖ ਪਿਆਰਿਓ ਹਜ਼ੂਰੀ ਵਿੱਚ ਬੈਠੇ ਸਿੰਘ ਦੀ ਹੁੰਦੀ ਹੈ। ਉਸ ਉਪਰੰਤ ਫਿਰ ਬਾਕੀ ਸਾਰੀਆਂ ਸੰਗਤਾਂ ਨੂੰ ਵਰਤਾਈ ਜਾਣੀ। ਇਹ ਅਸਲ ਵਿੱਚ ਜਿਹੜੀ ਹੈ ਪੁਰਾਤਨ ਰੀਤੀ, ਹੁਣ ਵੀ ਸੰਪਰਦਾਇ ਇਤਿਹਾਦਿਕ ਦੇ ਵਿੱਚ ਇਸ ਰੀਤੀ ਨੂੰ ਜਿਹੜਾ ਹੈ ਅਪਣਾਇਆ ਜਾਂਦਾ ਹੈ। ਤੇ ਇਉਂ ਸੰਗਤ ਉਪਦੇਸ਼ ਵਿਸ਼ੇਸ਼ ਦੇ ਕਰਕੇ ਫਿਰ ਮਹਾਰਾਜ ਨੇ ਸੰਗਤ ਪ੍ਰਤੀ ਸਤਿਗੁਰਾਂ ਨੇ ਐਸਾ ਬਚਨ ਕੀਤਾ ਕਿ ਇਸ ਵੇਲੇ ਜੋ ਸਿੱਖ ਖੰਡੇ ਦਾ ਅੰਮ੍ਰਿਤ ਛਕੇਗਾ ਉਹ ਨਿਹਾਲ ਹੋਵੇਗਾ। ਇਹ ਸੁਣ ਕਰਕੇ ਫਿਰ ਉਸੇ ਵੇਲੇ ਉਹ ਜਿਹੜੇ ਸਿੰਘ ਸਨ 5 ਜਿਹੜੇ ਨਿਰਮਲੇ, ਜਿਨ੍ਹਾਂ ਨੂੰ ਮਹਾਰਾਜ ਨੇ ਖਿਤਾਬ ਦਿੱਤਾ ਸੀ, ਭਾਈ ਰਾਮ ਸਿੰਘ, ਗੰਡਾ ਸਿੰਘ, ਵੀਰ ਸਿੰਘ, ਈਸ਼ਰ ਸਿੰਘ, ਦੇਵਾ ਸਿੰਘ
ਤੇ ਹੋਰ ਵੀ ਸਿੰਘ ਜਿਹੜੇ ਹੋਏ, ਟਹਿਲ ਸਿੰਘ ਆਦਿਕ। ਫਿਰ ਉਸ ਤੋਂ ਬਾਅਦ 25 ਸਿੰਘ ਜਿਹੜੇ ਆ ਉਹਨਾਂ ਅੰਮ੍ਰਿਤ ਛਕਿਆ। ਇਹਨਾਂ ਨੂੰ ਫਿਰ ਸਤਿਗੁਰਾਂ ਨੇ ਮੁਕਤੀ ਦੀ ਪਦਵੀ ਬਖਸ਼ੀ। ਇਹਨਾਂ ਤੋਂ ਪਿੱਛੋਂ ਫਿਰ 105 ਸਿੱਖਾਂ ਨੇ ਅੰਮ੍ਰਿਤ ਹੋਰ ਛਕਿਆ। ਉਹਨਾਂ ਨੂੰ ਦਿਦਾਰੀਏ ਸਿੱਖ ਮਹਾਰਾਜ ਨੇ ਦਿਦਾਰੀ ਖਿਤਾਬ ਦਿੱਤਾ। ਉਹਨਾਂ ਵੇਖ ਕੇ ਫਿਰ ਹੋਰ ਜਿਹੜੇ ਅਣਗਿਣਤ ਸਿੰਘ ਸਜੇ, ਉਹਨਾਂ ਨੂੰ ਅਪਰ ਅਪਾਰੀ ਪਦ ਬਖਸ਼ਿਆ। ਫਿਰ ਤੇ ਗੁਰੂ ਸਾਹਿਬ ਨੇ ਸੰਗਤ ਦਾ ਪ੍ਰੇਮ ਵੇਖ ਕੇ ਇੱਕ ਇੱਕ ਪਿਆਰੇ ਦੇ ਨਾਲ 4-4 ਹੋਰ ਸਿੰਘ ਦੇ ਕੇ ਪਿੰਡਾਂ ਦੇ ਵਿੱਚ ਸਿੱਖਾਂ ਨੂੰ ਉਪਦੇਸ਼ ਔਰ ਅੰਮ੍ਰਿਤ ਛਕਾਉਣ ਵਾਸਤੇ ਭੇਜਿਆ। ਇਹਨਾਂ ਦੇ ਉਪਦੇਸ਼ ਤੇ ਯਤਨ ਨਾਲ ਬੇਅੰਤ ਲੋਕ ਸਿੰਘ ਸਜ ਗਏ। ਫਿਰ ਜਿਹੜੇ ਮਰਜ਼ਾਦਾ ਵਿੱਚ ਪੂਰਨ ਹੁੰਦੇ, ਉਹਨਾਂ ਦੇ ਅੱਗੇ ਦੀ ਅੱਗੇ 5-5 ਸਿੰਘਾਂ ਦੇ ਜਥੇ ਬਣਦੇ ਗਏ, ਜਿਸ ਕਰਕੇ ਖਾਲਸੇ ਪੰਥ ਦਾ ਬਹੁਤ ਛੇਤੀ ਸੰਸਾਰ ਦੇ ਵਿੱਚ ਪ੍ਰਚਾਰ ਹੋ ਗਿਆ। ਗੁਰੂ ਸਾਹਿਬ ਜੀ ਨੇ ਇਹ ਜਿਹੜਾ ਉਸ ਸਮੇਂ ਦੇਵੀ ਪ੍ਰਗਟ ਪ੍ਰਸੰਗ ਵਾਲਾ ਤੇ ਪੰਥ ਖਾਲਸਾ ਰਚਨਾ, ਇਹ ਬੁਕਾਰਾ ਸੁਣ ਕੇ ਰਾਜੇ ਭੀਮ ਚੰਦ ਦਾ ਪੁੱਤਰ ਅਜਮੇਰ ਚੰਦ, ਜਿਹੜਾ ਕਿ ਸੰਮਤ 1749 ਬਿਕਰਮੀ ਨੂੰ ਭੀਮ ਚੰਦ ਦੀ ਮੌਤ ਹੋ ਗਈ ਸੀ, ਉਸ ਤੋਂ ਮਰੇ ਤੋਂ ਪਿੱਛੋਂ ਰਾਜਗੱਦੀ ਤੇ ਬੈਠਾ ਸੀ, ਉਹ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਇਆ। ਉਹਦਾ ਆਉਣਾ ਸੁਣ ਕੇ ਨਾਲ ਰਾਜਾ ਰਾਮ ਸ਼ਰਨ ਹੰਡੂਰੀਆ, ਗੋਪਾਲ ਚੰਦ ਗੁਲੇਰੀਆ, ਕੇਸਰੀ ਚੰਦ ਜਸਵਾਲੀਆ, ਦਿਆਲ ਚੰਦ ਕਾਠਗੜੀਆ, ਧਰਮਪਾਲ ਕੁਟਲੈੜ ਵਾਲਾ ਇਤਿਆਦਿਕ ਪ੍ਰਭਤੀ ਰਾਜੇ ਜਿਹੜੇ ਹੈ, ਇਹ ਦੀਵਾਲੀ ਦੇ ਮੇਲੇ ਦੇ ਵੇਲੇ ਆਨੰਦਪੁਰ ਸਾਹਿਬ ਆਏ ਤਾਂ ਗੁਰੂ ਸਾਹਿਬ ਨੇ ਜਥਾ ਜੋਗ ਸਭ ਦੀ ਸੇਵਾ ਕਰਵਾਈ, ਬਾਂਛਤ ਵਸਤ ਬਚਾਈ। ਦੂਜੇ ਦਿਨ ਬਾਦਸ਼ਾਹ ਤੋਂ ਵੀ ਵੱਧ ਕੇ ਦੀਵਾਨ ਸਜਵਾਇਆ, ਜਿਹਦੇ ਵਿੱਚ ਮਖਮਲੀ ਚਾਨਣੀ, ਕਲਾਬੂਤ ਤੇ ਸਤਾਰਿਆਂ ਔਰ ਤਾਰਿਆਂ ਵਾਂਗੂ ਜਿਹੜੀ ਝਮਚਲ ਕਰਦੀ ਹੈ, ਮੁਕੈਸ਼ੀ ਝਾਲਰਾਂ ਮੋਤੀਆਂ ਤੇ ਸਬਜ਼ੀਆਂ ਦੀਆਂ ਲੜੀਆਂ ਵਾਲੀਆਂ ਗੰਗਾ ਜਮਨੀ ਚੋਭਾਂ ਦੇ ਉੱਤੇ ਤਣੀਆਂ ਹੋਈ ਬੜੇ ਅਜਬ ਰੰਗ ਢੰਗ ਨਾਲ ਜਿਹੜੀ ਫਾਵ ਰਹੀ ਸੀ, ਛਬ ਦੇ ਰਹੀ ਸੀ। ਫਰਸ਼ ਰੰਗਾ ਮੰਜੀ, ਕਲੀਚੇ ਕੀਮਤੀ ਮਨ ਨੂੰ ਮੋਹ ਰਹੇ ਸਨ। ਸਿੰਘਾਸਣ ਜੜਾਊ, ਉਹਦੇ ਉੱਤੇ ਸਤਿਗੁਰੂ ਜੀ ਮੋਤੀ ਮਾਲਾ, ਕੰਠਾ ਨਵਰਤਨੀ ਭਵੱਟਾ, ਜਿਗਾ ਕਲਗੀ ਪਹਿਨੇ, ਕੰਧੇ ਪਰ ਮਹਾਰਾਜ ਦੇ ਕਠੋਰ ਤਨਕ ਵੰਡ, ਗਾਤਰੇ ਸਵਾ ਗਾਈ ਲੰਮੀ ਸ੍ਰੀ ਸਾਹਿਬ, ਲੱਕ ਨਾਲ ਪੱਥਾ, ਵੀਰ ਆਸਣ ਬੈਠੇ, ਇੰਦਰ ਨਾਲੋਂ ਵੀ ਬਹੁਤੀ ਛਬ ਪਾ ਰਹੇ ਸਨ। ਇੱਕ ਪਾਸੇ ਮਸੰਦ ਤੇ ਮਸਾਹਿਬ ਝੱਕ ਝੱਕ ਜੇਵਰਾਂ ਨਾਲ ਮੜੇ ਹੋਏ, ਦੂਜੇ ਪਾਸੇ ਸੂਰਵੀਰ ਯੋਧੇ ਸੁਨੰਦਬੱਧ ਚੜੇ ਮਸ਼ਹਿਰੇ ਲਾਲ ਨੇਤਰ, ਲੜਾਕੇ ਬਾਂਕੇ ਐਂਠ ਨਾਲ ਬੈਠੇ ਐ। ਉਸ ਵੇਲੇ ਰਾਜਿਆਂ ਨੂੰ ਸੱਦਿਆ ਤੇ ਗੁਰੂ ਸਾਹਿਬ ਦੇ ਦੀਵਾਨ ਦੀ ਛਬ ਵੇਖ ਕੇ ਸਾਰਿਆਂ ਦੇ ਨੇਤਰ ਅੱਡੇ ਰਹਿ ਗਏ। ਮਾਮਾ ਕਿਰਪਾਲ ਚੰਦ ਜੀ ਇੱਕ ਇੱਕ ਨੂੰ ਅੱਗੇ ਲਿਆ ਕੇ ਨਜ਼ਰਾਨੇ ਦਵਾ ਕੇ ਉਹਨਾਂ ਦੇ ਨਾਮ ਗਾਮ ਸੁਣਾ ਕੇ ਗੁਰੂ ਸਾਹਿਬ ਅੱਗੇ ਮੱਥਾ ਟਿਕਾਉਂਦੇ ਗਏ, ਬਿਠਾਉਂਦੇ ਗਏ। ਗੁਰੂ ਪਾਤਸ਼ਾਹ ਮਹਾਰਾਜ ਨੇ ਸਭ ਨੂੰ ਕੁਸ਼ਲ ਆਨੰਦ ਪੁੱਛੀ, ਪਰ ਉਹ ਰਾਜੇ ਗੁਰੂ ਸਾਹਿਬ ਦੇ ਸਰੂਪ ਔਰ ਬਿਲਾਸ ਨੂੰ ਵੇਖ ਕੇ ਐਸੇ ਦੰਗ ਹੋਏ, ਜੋ ਕੁਝ ਪੁੱਛਣ ਆਏ ਸੀ ਸਭ ਕੁਝ ਭੁੱਲ ਗਏ। ਇਉਂ ਚਿੱਤਰਕਾਰਾਂ 'ਚ ਤੇਰੇ ਦੀਆਂ ਮੂਰਤਾਂ ਬਣ ਬੈਠੇ। ਓੜਕ ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਵੱਲ ਪ੍ਰੇਰ ਕੇ ਜੇ ਹੋਰ ਬਚਨ ਬਿਲਾਸ ਕਰਕੇ ਆਖਿਆ, ਰਾਜਿਓ, ਇਹ ਭਾਰਤ ਖੰਡ ਜਿਹਨੂੰ ਹੁਣ ਤੁਰਕ ਆਪਣਾ ਮੰਨ ਕੇ ਹਿੰਦੁਸਤਾਨ ਬੋਲਦੇ ਐ, ਤੁਹਾਡੇ ਵੱਡਿਆਂ ਦੀ ਮਾਲਕੀ ਖਾਸ ਮੌਰੂਸੀ ਪ੍ਰਜਾ ਹੈ। ਜਦੋਂ ਤੱਕ ਤੁਹਾਡੇ ਵੱਡੇ ਆਪਣੇ ਧਰਮ ਕਰਮ ਸੁਭਾਅ ਨੂੰ ਪਾਲਦੇ ਰਹੇ ਤੇ ਆਪੋ ਵਿੱਚ ਇੱਕ ਜਾਨ, ਇੱਕ ਪਰਮੇਸ਼ਰ ਦੇ ਉਪਾਸ਼ਕ, ਇੱਕ ਮਤ ਦੇ ਪਾਲਕ ਬਣੇ ਰਹੇ, ਤਦ ਤੱਕ ਇਸ ਮੁਲਕ ਤੋਂ ਬਿਨਾਂ ਹੋਰ ਕਈ ਮੁਲਕਾਂ ਬਲੈਤਾਂ ਦੇ ਵੀ ਬਾਦਸ਼ਾਹ ਬਣਦੇ ਰਹੇ ਹੈ। ਦੇਖੋ, ਜਿਵੇਂ ਮਹਾਭਾਰਤ, ਬ੍ਰਿਹਦ ਕਥਾ ਇਤਿਆਦਿਕ ਇਤਿਹਾਸ ਪੜ੍ਹ ਲਓ। ਜਿਸ ਦਿਨ ਕੋਈ ਵਿਸ਼ਨੂੰ, ਸ਼ਿਵ, ਦੇਵੀ, ਗਣੇਸ਼, ਸੂਰਜ, ਰਾਮ, ਕ੍ਰਿਸ਼ਨ ਇਤਿਆਦਿਕ ਉਪਾਸ਼ਕ ਬਣ ਕੇ 12 ਪੂਰਬੀਏ ਤੇ 13 ਚੁੱਲ੍ਹੇ ਬਣਾ ਬੈਠੇ, ਤਾਂ ਫਿਰ ਜਿਹੜੇ ਖੁਦਗਰਜ ਵਿਪਰਾਂ ਨੇ ਆਪੋ ਆਪਣਾ ਮਤ ਕਾਇਮ ਰੱਖਣ ਵਾਸਤੇ ਅਨੇਕਾਂ ਮਤਾਂ ਦੇ ਪੁਸਤਕ ਰਚ ਕੇ ਉਹਨਾਂ ਦੇ ਨਾਮ ਸ਼ਾਸਤਰ ਪੁਰਾਣ ਰੱਖ ਕੇ ਉਹਨਾਂ ਦੇ ਅਨੁਸਾਰ 1000 ਮਤ ਇੱਕੇ ਭਾਰਤ ਵਰਸ਼ ਦੇ ਵਿੱਚ ਖੰਡਾ ਦਿੱਤਾ ਤੇ ਆਪਣੇ ਮਤ ਨੂੰ ਵਧਾਉਣ ਲਈ
ਆਪੋ ਵਿੱਚ ਵਾਦ ਵਿਵਾਦ ਦੀ ਚਰਚਾ ਚਲਾ ਕੇ ਦੇਸ਼ ਨੂੰ ਅੱਠੀ ਖੰਡ ਟੋਟੇ ਕਰਤਾ। ਜੀ ਤੂੰ ਇੱਕ ਮੱਤ ਵਾਲਾ ਦੂਜੇ ਮੱਤ ਦਾ ਦੁਸ਼ਮਣ ਬੈਰੀ ਬਣ ਗਿਆ ਤੇ ਛੇਕੜ ਇਸ ਹਿੰਦਵਾਇਣ ਦੀ ਫੁੱਟ ਦਾ ਰਸ ਫਿਰ ਮੁਸਲਮਾਨਾਂ ਨੇ ਭੋਗਿਆ। ਤੁਸੀਂ ਜਿਹੜੇ ਇਸ ਮੁਲਕ ਦੇ ਮਾਲਕ ਸੀ, ਮਹਾਰਾਜ ਕਹਿੰਦੇ ਦੇਖੋ ਆਪਸ ਦੀ ਫੁੱਟ ਨੇ ਤੁਰਕਾਂ ਦੇ ਗੁਲਾਮ ਤੇ ਪਾਹੀ ਬਣਾ ਰੱਖਿਆ ਤੁਹਾਨੂੰ। ਜਿਹੜੇ ਤੁਹਾਡੇ ਵੱਡੇ ਕਦੇ ਕਿਸੇ ਅੱਗੇ ਝੁਕੇ ਨਹੀਂ ਸੀ ਤੇ ਮੁਸਲਮਾਨਾਂ ਦਾ ਮੂੰਹ ਤੱਕ ਨਹੀਂ ਸੀ ਵੇਖਦੇ, ਉਹਨਾਂ ਦੀ ਸੰਤਾਨ ਹੁਣ ਤੁਸੀਂ ਮੁਸਲਮਾਨਾਂ ਦੇ ਗੁਲਾਮ ਬਣੇ ਬੈਠੇ ਹੋ। ਕਿਸੇ ਵੇਲੇ ਵੀ ਅੱਖਾਂ ਉਘਾੜ ਕੇ ਅੱਡ ਕੇ ਨਹੀਂ ਵੇਖਦੇ ਕਿ ਅਸੀਂ ਕੌਣ ਹਾਂ ਤੇ ਔਰ ਕੀ ਬਣ ਗਏ ਹਾਂ। ਉਹ ਕਿਹੜੀ ਸ਼ਕਤੀ ਉਹਨਾਂ ਵਿੱਚ ਤੁਸਾਂ ਨੂੰ ਬਹੁਤੀ ਹੈ ਜਿਹਦੇ ਦਬਾਏ ਉਹਨਾਂ ਬਘਿਆੜਾਂ ਅੱਗੇ ਤੁਸੀਂ ਭੇਡਾਂ ਬੱਕਰੀਆਂ ਵਾਂਗੂ ਸਿਰ ਵੀ ਨਹੀਂ ਉਠਾ ਸਕਦੇ। ਉਹ ਕੌਣ ਸੀ ਤਾਕਤ ਉਹਨਾਂ ਦੇ ਕੋਲ ਹੈ ਜਿਹਦੇ ਬਲ ਨਾਲ ਉਹਨਾਂ ਨੇ ਦੇਖੋ ਤੁਹਾਡੇ ਦੇਵਤਾ ਮੰਦਰ ਭੰਨ ਤੋੜ ਕੇ ਚੂਨਾ ਕਰਕੇ ਮਸੀਤਾਂ ਨੂੰ ਲਾਤੇ, ਤੀਰਥ ਭ੍ਰਿਸ਼ਟ ਕਰ ਦਿੱਤੇ ਹਨ, ਸ਼ਾਸਤਰ ਵੇਦ ਸਾੜ ਕੇ ਸੁਆਹ ਕਰਕੇ ਉਡਾਤੇ। ਉਹ ਕਿਆ ਚੀਜ਼ ਹੈ ਜਿਹਦੇ ਜ਼ੋਰ ਜਗ ਹੋਮ ਤਪ ਜਪ ਯੋਗਾ ਅਭਿਆਸ ਜਿਹੜਾ ਹਿੰਦਵਾਇਣ ਜਾਂ ਸਨਾਤਨ ਕਰਮ ਧਰਮ ਸੀ ਉਹਨਾਂ ਨੇ ਬੰਦ ਕਰਕੇ ਤੁਹਾਡਾ ਤੇਜ ਪ੍ਰਤਾਪ ਬਲ ਸਾਰਾ ਨਸ਼ਟ ਕਰਤਾ। ਤੁਹਾਡੇ ਪੂਜਣ ਯੋਗ ਬੇਅੰਤ ਗਊਆਂ ਦੇ ਗਲ ਨਿਤਾ ਪ੍ਰਤੀ ਹੁਣ ਕੱਟੇ ਜਾ ਰਹੇ ਹੈ। ਮਹਾਰਾਜ ਕਹਿੰਦੇ ਆ ਪਿਆਰੇ ਰਾਜਿਓ, ਉਸ ਤਾਕਤ ਦਾ ਨਾਮ ਹੈ ਇਤਫਾਕ। ਸੋ ਏਕਾਏਕ ਇੱਕ ਕੌਮ ਇੱਕ ਮਜ਼ਹਬ ਧਰਮ ਤੇ ਬੇਟੀ ਰੋਟੀ ਦੀ ਸਾਂਝ ਨਾਲ ਹੀ ਹੋ ਸਕਦੀ ਹੈ, ਹੋਰ ਕਿਸੇ ਪ੍ਰਕਾਰ ਨਹੀਂ। ਇਸ ਵਾਸਤੇ ਅਸੀਂ ਮਹਾਰਾਜ ਕਹਿੰਦੇ ਇੱਕ ਖਾਲਸਾ ਮਜ਼ਹਬ ਸਿੰਘ ਕੌਮ ਖਾਲਸਾ ਪੰਥ ਚਾਰੋਂ ਵਰਨਮ ਬੇਟੀ ਰੋਟੀ ਦੀ ਸਾਂਝ ਵਾਲਾ ਕਾਇਮ ਕੀਤਾ। ਜੇ ਕਦੇ ਤੁਸੀਂ ਵੀ ਸਹਾਇਕ ਸਾਥੀ ਖਾਲਸਾ ਪੰਥ ਦੇ ਬਣ ਜਾਓ ਤਾਂ ਐਨ ਪੱਕ ਨਿਸ਼ਚੇ ਹੈ ਕਿ ਇਹਨਾਂ ਤੁਰਕਾਂ ਜ਼ਾਲਮਾਂ ਦਾ ਜਿਹੜੇ ਰੋਜ਼-ਰੋਜ਼ ਹਿੰਦੂਆਂ ਦੇ ਜਨੇਊ ਉਤਾਰ ਕੇ ਆਪਣਾ ਦੀਨ ਵਧਾ ਰਹੇ ਹੈ, ਕਿਤੇ ਨਾਮ ਨਿਸ਼ਾਨ ਨਹੀਂ ਰਹੂਗਾ ਇਹਨਾਂ ਦਾ। ਵੱਡੇ ਅਚਰਜ ਦੀ ਗੱਲ ਇਹ ਹੈ ਕਿ ਜੋ ਤੁਸਾਂ ਨੂੰ ਸ਼ਰਮ ਨਹੀਂ ਆਉਂਦੀ, ਮਹਾਰਾਜ ਕਹਿੰਦੇ ਜਿਹੜੀ ਦੌਲਤ ਤੁਸੀਂ ਆਪਣੀ ਪਰਜਾ ਤੋਂ ਜ਼ੋਰ ਜ਼ੁਲਮ ਨਾਲ ਲੈਂਦੇ ਹੋ, ਉਹੀ ਤੁਹਾਨੂੰ ਤੁਸਾਂ ਕੋਲੋਂ ਜਿਹੜੇ ਤੁਰਕ ਨੇ ਉਹ ਹੁਕਮ ਦੇ ਕੇ ਲੈਂਦੇ ਆ। ਫਿਰ ਤੁਹਾਡੇ ਹਿੰਦੂ ਭਾਈਆਂ ਤੋਂ ਦੁੱਗਣਾ ਮਾਮਲਾ ਤੇ ਜੇਜੀਆ ਲਿਆ ਜਾਂਦਾ ਹੈ। ਕੀ ਤੁਸੀਂ ਆਪਣੇ ਭਾਈਆਂ ਦਾ ਦਰਦ ਨਹੀਂ ਤੁਹਾਨੂੰ ਆਉਂਦਾ, ਜਿਹੜੇ ਤੁਹਾਡੇ ਸਾਹਮਣੇ ਬੇਅੰਤ ਹਿੰਦੂ ਲੜਕੇ ਲੜਕੀਆਂ ਫੜੇ ਹੋਏ ਰੋਂਦੇ ਕਰਲਾਉਂਦੇ ਕਾਬਲ ਕੰਧਾਰ ਵਿੱਚ ਲਿਜਾ ਕੇ ਗੁਲਾਮ ਬਣਾਏ ਜਾਂਦੇ ਆ। ਇਹੋ ਜਿਹੇ ਅਪਾਰ ਜ਼ੋਰ ਜ਼ੁਲਮ ਜਿਹੜੇ ਤੁਹਾਡੀ ਕੌਮ ਉੱਤੇ ਹੋ ਰਹੇ ਨੇ, ਤੁਸੀਂ ਕਿਉਂ ਨਹੀਂ ਆਪਣੀ ਕੌਮ ਦੇ ਬਚਾਅ ਵਾਸਤੇ ਤੇਗ ਚੁੱਕਦੇ? ਹਿੰਮਤ ਦੀ ਮਦਦ ਰੱਬ ਆਪੇ ਕਰਦਾ ਹੈ। ਇਹ ਸਭ ਤੁਹਾਡੀ ਨਿਰਬਲਤਾ ਤੇ ਤੁਹਾਡੀ ਬੇਇਤਫਾਕੀ ਦਾ ਫਲ ਹੈ, ਜੋ ਸਾਰਾ ਭਾਰਤ ਵਰਸ਼ ਤੁਰਕਾਂ ਨੇ ਆਪਣਾ ਗੁਲਾਮ ਕਰਕੇ ਰੱਖਿਆ ਹੋਇਆ ਹੈ। ਇਉਂ ਮਹਾਰਾਜ ਕਹਿੰਦੇ ਹੋ ਪਿਆਰੇ ਭਰਾਵੋ ਛਤਰੀਆਂ ਦੇ ਪੁੱਤਰੋ, ਹੁਣ ਉਹ ਸਮਾਂ ਨੇੜੇ ਆ ਗਿਆ ਜਿਸ ਨੇ ਤੁਰਕਾਂ ਦੀ ਬਾਦਸ਼ਾਹੀ ਨੂੰ ਤਬਾਹੀ ਦੇਣੀ ਹੈ। ਇਸ ਕਰਕੇ ਰਾਜਿਓ ਤੁਸੀਂ ਖਾਲਸਾ ਸਜੋ, ਏਕ ਰੂਪ ਹੋ ਕਰਕੇ ਹਿੰਮਤ ਦੀ ਕਮਰ ਬੰਨੋ, ਜਿਸ ਨੂੰ ਤੁਹਾਡਾ ਨਾਮ ਅਮਰ ਲੋਕ ਪ੍ਰਲੋਕ ਦਾ ਸੁੱਖ ਤੇ ਸੁਜਸ ਹਮੇਸ਼ਾ ਦੁਨੀਆ ਦੇ ਉੱਤੇ ਬਣਿਆ ਰਹੇ। ਇਤਿਆਦਿਕ ਭਾਵੇਂ ਇਹ ਉਪਦੇਸ਼ ਗੁਰੂ ਸਾਹਿਬ ਦਾ ਸਭ ਤਰ੍ਹਾਂ ਕਰਕੇ ਸਾਰਿਆਂ ਨੂੰ ਅਤੀ ਉੱਤਮ ਲਾਭਦਾਇਕ ਸੀ, ਉਹਨਾਂ ਦੇ ਫਾਇਦੇ ਦਾ ਸੀ, ਪਰ ਉਹਨਾਂ ਕੱਚੇ ਨਿਭਾਗੇ ਪਹਾੜੀ ਰਾਜਿਆਂ ਨੂੰ ਇਉਂ ਲੱਗਿਆ ਜਿਵੇਂ ਗਧੇ ਨੂੰ ਮਿਸਰੀ ਮਾੜੀ ਲੱਗਦੀ ਹੈ। ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਤੁਸੀਂ ਤਾਂ ਸਰਬਤਾ ਕਰਕੇ ਸਮਰੱਥ ਹੋ ਤੇ ਤੁਸੀਂ ਤਾਂ ਬਹੁਤ ਵਰ ਪਾਏ ਹੈ, ਜੋ ਚਾਹੇ ਉਹ ਕਰੋ। ਤੁਹਾਡਾ ਪੀਰਾਂ ਫਕੀਰਾਂ ਦਾ ਕਿਸੇ ਨੇ ਕੁਛ ਵਿਗਾੜ ਨਹੀਂ ਦੇਣਾ। ਕੋਈ ਦੇਸ਼ ਕੋਈ ਖਜ਼ਾਨਾ ਕੋਸ਼ ਤੁਹਾਡੇ ਕੋਲ ਨਹੀਂ ਜਿਹੜਾ ਕਿਸੇ ਨੇ ਖੋਹ ਲੈਣਾ ਹੋਵੇ। ਜਿਸ ਤਰ੍ਹਾਂ ਇਸੇ ਦੇਸ਼ ਵਿੱਚ ਬੈਠੇ ਉਸੇ ਤਰ੍ਹਾਂ ਹੋਰ ਥਾਂ ਜਾ ਬੈਠੋਗੇ। ਜੋਗੀ ਭੁੱਲੇ ਦੂਣਾ ਲਾਭ, ਜਿੱਥੇ ਜਾਓਗੇ ਉੱਥੇ ਹੀ ਤੁਹਾਡੇ ਸੇਵਕ ਬਥੇਰੇ ਹੋ ਜਾਣੇ ਹੈ। ਇਹ ਖਰਾਬੀ ਤਾਂ ਵੱਡੀ ਸਾਨੂੰ ਦੁਨੀਆਦਾਰਾਂ ਨੂੰ ਹੈ। ਇੱਕ ਤਾਂ ਕਦੇ ਕਿਸੇ ਪ੍ਰਕਾਰ ਵੀ ਹੋਰ ਦੇਸ਼ ਨਹੀਂ ਜਾਣਾ, ਇਸੇ ਘਰ ਵਿੱਚ ਵਸਣਾ।
ਦੂਜੇ ਬਾਦਸ਼ਾਹੀ ਐਸੇ ਬੰਦੇ ਆ ਕਿ ਜੇ ਉਹਨਾਂ ਦੇ ਇੱਕ ਸਿਪਾਹੀ ਦਾ ਹੁਕਮ ਨਾ ਮੰਨੀਏ ਮਹਾਰਾਜ, ਉਹ ਤਾਂ ਉਸੇ ਘੜੀ ਫੌਜ ਆ ਕੇ ਸਾਡੀ ਸਾਰੀ ਮੌਜਾਂ ਨਸ਼ਟ ਕਰ ਦੂਗੀ। ਬਲਕਿ ਜਿਵੇਂ ਬਘਿਆੜ ਨੂੰ ਦੇਖਣ ਸਾਰ ਜਿਹੜੀਆਂ ਬੱਕਰੀਆਂ ਨੇ ਉਹ ਹੈਰਤ ਵਿੱਚ ਆ ਕੇ ਉਹ ਤੇ ਬੇਹੋਸ਼ ਹੀ ਹੋ ਜਾਂਦੀਆਂ, ਇਸੇ ਤਰ੍ਹਾਂ ਮਹਾਰਾਜ ਤੁਰਕਾਂ ਅੱਗੇ ਸਾਡੀ ਦਸ਼ਾ ਹੋ ਜਾਂਦੀ ਹੈ। ਕੀ ਤੁਸੀਂ ਕਦੇ ਔਰੰਗਜ਼ੇਬ ਦੇ ਲਸ਼ਕਰ ਦਾ ਹਾਲ ਨਹੀਂ ਸੁਣਿਆ, ਜਿਹੜਾ ਕਹਿਰ ਦੇ ਦਰਿਆ ਵਾਂਗੂ ਚੱਲਦਾ ਹੈ, ਜਿਹਨੇ ਹਾਮੂ ਤੇ ਬ੍ਰਹਮਪੁੱਤਰ ਦੋਹਾਂ ਦਰਿਆਵਾਂ ਦੇ ਵਿਚਕਾਰ 3000 ਕੋ ਮਝਾਰ ਵਿੱਚ ਕੋਈ ਰਾਜਾ ਮਹਾਰਾਜਾ ਸਿਰ ਉਕਸਾਉਣ ਜੋਗਾ ਨਹੀਂ ਉਸਨੇ ਛੱਡਿਆ ਹੈ। ਤੁਸੀਂ ਤਾਂ ਮਹਾਰਾਜ ਪੀਰ ਫਕੀਰ ਹੋ, ਜਹਾਂ ਜਾਓਗੇ ਤਹਾਂ ਗੁਜ਼ਾਰਾ ਕਰ ਸਕਦੇ ਹੋ, ਸਾਨੂੰ ਮੁਸ਼ਕਲ ਹੈ। ਮਾਲ ਜਾਨ ਰਾਜ ਸਾਜ ਬਰਬਾਦ ਕਰ ਲੈਣਾ ਹੋਵੇ ਤਾਂ ਫਿਰ ਅਸੀਂ ਆਪਦੇ ਸਿੱਖ ਬਣ ਕੇ ਬਾਦਸ਼ਾਹ ਦਾ ਮੁਕਾਬਲਾ ਕਰੀਏ ਤੇ ਭਾਈਚਾਰੇ ਤੋਂ ਦੂਰ ਪਈਏ, ਹਿੰਦੂ ਧਰਮ ਤੋਂ ਵਾਂਝੇ ਜਾਈਏ, ਕਿਉਂਕਿ ਆਪ ਨੇ ਚੌਹਾਂ ਵਰਨਾਂ ਨੂੰ ਇਕੱਠਾ ਭੋਜਨ ਛਕਾ ਕੇ ਇਹ ਜਨੇਊ ਤੁੜਾ ਸੁੱਟੇ ਨੇ। ਦੇਵੀ ਦੇਵਤਾ ਪ੍ਰਿਤਮਾ ਮੂਰਤੀ ਪੂਜਨ ਤੀਰਥ ਵਰਤ, ਮਹਾਰਾਜ ਇਹ ਤਾਂ ਸਾਡੇ ਕਲਿਆਣ ਦਾ ਇੱਕੋ ਇੱਕ ਕਰਮ ਹੈ, ਇਹ ਛੁਡਾ ਦਿੱਤੇ ਤੁਸੀਂ। ਇਸ ਕਰਕੇ ਅਸੀਂ ਕਿਸੇ ਤਰ੍ਹਾਂ ਵੀ ਤੁਹਾਡੇ ਸਿੰਘ ਨਹੀਂ ਬਣ ਸਕਦੇ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਵੀ ਜਿਹੜੇ ਕੰਮ ਤੁਸੀਂ ਆਖਦੇ ਹੋ ਇਹ ਤਾਂ ਸਭ ਪਰਮੇਸ਼ਰ ਤੋਂ ਜਿਹੜੇ ਬੇਮੁਖ ਹੈ, ਕੱਚੇ ਬਰੱਚੇ ਲੋਕਾਂ ਦੇ ਨੇ। ਕਿਸੇ ਦੇਵੀ ਦੇਵਤਾ ਦੀ ਪ੍ਰਤਿਮਾ ਪੂਜਣ ਤੋਂ ਕਲਿਆਣ ਨਹੀਂ ਹੁੰਦੀ, ਕਿਉਂਕਿ ਜਦ ਕਿਸੇ ਦੇਵੀ ਦੇਵਤਾ ਨੂੰ ਹੀ ਮੁਕਤੀ ਨਹੀਂ ਪ੍ਰਾਪਤ ਹੋਈ ਤਾਂ ਉਹ ਆਪਣੇ ਸੇਵਕਾਂ ਨੂੰ ਕਿੱਥੋਂ ਦੇਣਗੇ। ਤਾਂ ਤੇ ਮਹਾਰਾਜ ਕਹਿੰਦੇ ਸਿੰਘ ਸਜੋ, ਨਾਮ ਜਪੋ, ਸ਼ਾਸਤਰ ਸੰਭਾਲੋ, ਛਤਰੀ ਧਰਮ ਨੂੰ ਪਾਲੋ ਤੇ ਅਤੀ ਸ਼ੀਘਰ ਛੇਤੀ ਮੁਕਤ ਭੁਗਤ ਦੇਣ ਵਾਲਾ ਇਹ ਧਰਮ ਹੈ। ਹੋਰ ਜਿਨ੍ਹਾਂ ਦਾ ਡਰ ਤੁਸੀਂ ਹਊਆ ਮੰਨ ਕੇ ਰੱਖਿਆ ਹੋਇਆ ਹੈ, ਸਤਿਗੁਰੂ ਕਹਿੰਦੇ ਉਹਨਾਂ ਮੁਗਲਾਂ ਪਠਾਣਾਂ ਨੂੰ ਤਾਂ ਇਹ ਮੇਰੇ ਸਿੰਘ ਇਉਂ ਲੈਣਗੇ ਜਿਵੇਂ ਮਿਰਗਾਂ ਨੂੰ ਚਿਤਰੇ ਤੇ ਚਿੜੀਆਂ ਨੂੰ ਬਾਜ। ਮੈਂ ਇਹ ਪੰਥ ਮਹਾਰਾਜ ਕਹਿੰਦੇ ਸਾਜਿਆ ਕਾਲ ਪੁਰਖ ਦੇ ਹੁਕਮ ਵਿੱਚ, ਇਹ ਤਾਂ 1.25 ਲੱਖ ਸਿਉ ਏਕ ਲੜਾਊ, ਚਿੜੀਆਂ ਕੋਲੋਂ ਬਾਜ ਤੁੜਾਊ, ਤਵੇ ਗੋਬਿੰਦ ਸਿੰਘ ਨਾਮ ਸਦਾਊ, ਚੜੇ ਸਿੰਘ ਤਿਸ ਮੁਕਤ ਕਰਾਊ। ਰਾਜਿਓ, ਅਸੀਂ ਤਾਂ ਤੁਹਾਨੂੰ ਸਨਾਤਨ ਕਰਮ ਧਰਮ ਛਤਰੀਆਂ ਦਾ ਬਾਣਾ, ਕਸ਼ਹਿਰਾ ਕਿਰਪਾਨ ਕੇਸ ਧਾਰਨ ਕਰਾ ਕੇ ਗਿੱਦੜਾਂ ਤੋਂ ਸਿੰਘ ਸਜਾ ਕੇ ਪੰਥ ਖਾਲਸੇ ਦੇ ਮੁਖੀਏ ਭਾਰਤ ਵਰਸ਼ ਦੇ ਸੁਤੰਤਰ ਰਾਜੇ ਮਹਾਰਾਜੇ ਬਣਾਉਣਾ ਚਾਹੁੰਦੇ ਆ। ਪਰ ਤੁਸੀਂ ਪੱਥਰਾਂ ਦੇ ਪੂਜਣ ਕਰਕੇ ਪੱਥਰ ਬੁੱਧੀ ਐਸੇ ਜੜਤਾ ਨੂੰ ਪ੍ਰਾਪਤ ਹੋ ਗਏ ਹੋ ਕਿ ਆਪਣੇ ਲਾਭ ਹਾਨ ਨੂੰ ਵੀ ਨਹੀਂ ਸਮਝਦੇ ਹੋ। ਸਗੋਂ ਜਿਨ੍ਹਾਂ ਸਿੰਘਾਂ ਨੂੰ ਤੁਸੀਂ ਸ਼ੂਦਰ ਆਖਦੇ ਹੋ, ਅਕਾਲ ਪੁਰਖ ਦੇ ਪ੍ਰਤਾਪ ਨਾਲ ਇਹੋ ਹੀ ਤੁਹਾਡੇ ਬਾਦਸ਼ਾਹ ਹੋਣਗੇ। ਤੁਸੀਂ ਇਹਨਾਂ ਦੇ ਤਾਬੇਦਾਰ ਰਹਿ ਕੇ ਦਿਨ ਗੁਜ਼ਾਰੋਗੇ। ਹੁਣ ਇਹਨਾਂ ਨਾਲ ਰੋਟੀ ਦੀ ਸਾਂਝ ਨਹੀਂ ਕਰਦੇ, ਫਿਰ ਬੇਟੀਆਂ ਦੇ ਕੇ ਸਾਂਝ ਕਰਨੀ ਚਾਹਿਆ ਕਰੋਗੇ। ਇਹੋ ਜਿਹੇ ਬਚਨ ਸਤਿਗੁਰਾਂ ਤੋਂ ਸੁਣ ਕੇ ਵਜ਼ੀਰ ਪਰਮਾਨੰਦ ਨੇ ਅਤ ਨਿਮਰਤਾ ਵਿੱਚ ਹੋ ਕੇ ਬੜੇ ਰਸਦਾਇਕ ਬਚਨਾਂ ਦੀ ਰਚਨਾ ਦੇ ਪ੍ਰਸੰਗ ਸੁਣਾ ਕੇ ਰਾਜਿਆਂ ਨੂੰ ਫਿਰ ਵਧਾਈ ਦਵਾਈ। ਉਹ ਤਾਂ ਆਪਸ ਵਿੱਚ ਬਹਿਸਬਾਣੀ ਕਰਦੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਗੁਰੂ ਸਾਹਿਬ ਜੀ ਫਿਰ ਮਹਿਲਾਂ ਵਿੱਚ ਜਾ ਬਰਾਜੇ। ਅਗਲੇ ਦਿਨ ਜੋ ਮੁਲਤਾਨ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਈ ਹੋਈ ਸੀ, ਦੀਵਾਨ ਦੇ ਵਿੱਚ ਮਸੰਦਾਂ ਨੇ ਹਾਜ਼ਰ ਕੀਤੀ। ਉਹਨਾਂ ਜਥਾਜੋਗ ਭੇਟਾ ਚੜਾਈ ਤੇ ਗੁਰੂ ਕੇ ਦਰਸ਼ਨ ਕਰਕੇ ਬਚਨ ਮੰਨ ਕੇ ਮਨੋਕਾਮਨਾ ਪਾਈਆਂ। ਉਸੇ ਸਮੇਂ ਇੱਕ ਭਾਈ ਸ਼ੇਰ ਸਿੰਘ, ਉਹਨੇ ਜਿਹੜਾ ਵੱਡਾ ਹਾਠਾ ਬਹਾਦਰ ਦਲੇਰ ਸੂਰਬੀਰ ਸਿੱਖ ਸੀ, ਇੱਕ ਬਾਦਲੇ ਥਾਨ, ਬਾਦਲਾ ਬਸਤਰ ਦਾ ਨਾਮ ਹੈ, ਤੇ ਹੋਰ ਬੜੇ ਬੜੇ ਕੀਮਤੀ ਕਈ ਬਸਤਰ ਮਾਈਆਂ ਵਾਸਤੇ ਅਰਪਣ ਕੀਤੇ। ਤਾਂ ਗੁਰੂ ਸਾਹਿਬ ਨੇ ਉਹਦੇ ਵੱਲ ਝਾਤੀ ਪਾਈ ਤਾਂ ਉਹ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਇੱਕ ਥਾਨ ਮਾਤਾ ਜੀ ਦੇ ਲਈ ਇਹਦੇ ਨਾਲੋਂ ਚੰਗਾ ਭਾਈ ਚੇਤੂ ਮਸੰਦ ਦੇ ਹੱਥ ਪਹਿਲਾਂ ਵੀ ਘੱਲਿਆ ਸੀ, ਉਹ ਤੁਸੀਂ ਦੇਖਿਆ ਹੋਵੇਗਾ ਮਹਾਰਾਜ। ਗੁਰੂ ਸਾਹਿਬ ਕਹਿਣ ਲੱਗੇ, ਨਾ ਸਾਡੇ ਆਇਆ ਤੇ ਨਾ ਅਸੀਂ ਭਾਈ ਵੇਖਿਆ ਹੈ। ਫਿਰ ਸਿੱਖ ਕਹਿਣ ਲੱਗਾ, ਮਹਾਰਾਜ ਮੈਂ ਤੇ ਮੋਤੀਆਂ ਦਾ ਕੰਠਾ ਤੇ ਜੜਾਊ ਕੰਗਣ ਜਿਹੜੇ ਸਾਹਿਬਜ਼ਾਦਿਆਂ ਲਈ ਭੇਜੇ ਉਹ ਵੀ ਨਹੀਂ ਫਿਰ ਪਹੁੰਚੇ ਹੋਣੇ। ਇੱਕ ਹੋਰ ਸਿੱਖ ਕੋਲੋਂ ਬੋਲਿਆ, ਕਹਿਣ ਲੱਗਿਆ, ਬਾਦਲੇ ਦੀ ਘੱਗਰੀ ਚੇਤੂ ਦੀ ਇਸਤਰੀ ਨੇ
ਲੱਕ ਨਾਲ ਤੇ ਸੋਨੇ ਦੇ ਜੜਾਊ ਕੰਗਣ ਉਹਦੇ ਮੁੰਡੇ ਦੇ ਹੱਥੀ ਤੇ ਮੈਂ ਆਪ ਵੇਖੇ ਆ ਪਾਏ ਹੋਏ, ਕਿਉਂਕਿ ਉਹ ਪਹਿਨ ਕੇ ਉਹ ਸਾਡੇ ਘਰ ਵਿਆਹ 'ਚ ਆਏ ਸੀ। ਗੁਰੂ ਸਾਹਿਬ ਨੇ ਉਸੇ ਵੇਲੇ ਚੇਤੂ ਮਸੰਦ ਨੂੰ ਬੁਲਾ ਕੇ ਪੁੱਛਿਆ। ਉਹ ਕਹਿਣ ਲੱਗਿਆ ਵੀ ਇਹ ਸਿੱਖ ਨੂੰ ਚੋਰੀ ਕਰਨ ਦੇ ਸਬੱਬ ਝੂਠ ਬੋਲਣ ਦੀ ਆਦਤ ਹੈ। ਇਸ ਦੇ ਸਾਹਮਣੇ ਮੈਨੂੰ ਐਡੀਆਂ ਕੀਮਤੀ ਚੀਜ਼ਾਂ ਨੇ ਦਿੱਤੀਆਂ, ਕਿਸੇ ਦੇ ਸਾਹਮਣੇ ਨਹੀਂ ਦਿੱਤੀਆਂ। ਗੁਰੂ ਸਾਹਿਬ ਘਟ ਘਟ ਦੀ ਜਾਣਨ ਹਾਰੇ। ਉਹਨਾਂ ਦੇ ਪ੍ਰੇਰੇ ਹੋਏ ਪੱਖਾ ਕਰਨ ਵਾਲਾ ਇੱਕ ਸਿੰਘ ਸੀ। ਉਹਨੇ ਚੇਤੂ ਦੀ ਜੋ ਵੱਡੀ ਸਾਰੀ ਉਹਨੇ ਪੱਗ ਬੰਨ੍ਹੀ ਹੋਈ ਸੀ, ਉਹ ਪੱਖਾ ਕਰਦੇ ਨੇ ਪੱਖਾ ਹੀ ਮਾਰਿਆ। ਪੱਗ ਲੈ ਗਈ, ਜਿਹਦੇ ਵਿੱਚੋਂ ਫਿਰ ਮੋਤੀਆਂ ਦੇ ਛੱਲੇ ਛਾਪਾਂ ਜੜਾਊ ਨਿਕਲਿਆ। ਸਿੱਖ ਨੇ ਪਛਾਣ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆ 10ਵੇਂ ਹਿੱਸੇ ਦਾ ਮਾਲ, ਕੰਗਣ ਜਣਾਊ, ਮੋਤੀਆਂ ਦੀ ਮਾਲਾ ਤੇ ਮੋਹਰਾਂ ਦਾ ਇੱਕ ਬਾਦਲ ਦਾ ਥਾਨ, ਮੋਹਰਾਂ ਦਾ ਥਾਲ, ਹੋਰ ਇਤਿਆਦਿਕ ਗੁਰੂ ਸਾਹਿਬ ਦੀ ਭੇਟਾ ਜਿੱਕੂ ਇਹ ਭੇਜੀ ਸੀ। ਇਸੇ ਤਰ੍ਹਾਂ ਇਹ ਭਾਈ ਚੇਤੂ ਮਸੰਦ ਦੇ ਹੱਥ ਅਸੀਂ ਪਹਿਲਾਂ ਭੇਜਦੇ ਰਹੇ ਹਾਂ। ਇਹ ਵਰਤਾਂਤ ਸੁਣ ਕੇ ਗੁਰੂ ਸਾਹਿਬ ਨੇ ਚੇਤੂ ਨੂੰ ਪੁੱਛਿਆ ਤੇ ਉਹ ਮੁੱਕਰ ਗਿਆ। ਜਦੋਂ ਉਹਦੇ ਘਰ ਦੀ ਤਲਾਸ਼ੀ ਕਰਾਈ, ਕਈ ਚੀਜ਼ਾਂ ਜਿਹੜੀਆਂ ਸਿੱਖਾਂ ਨੇ ਗੁਰੂ ਸਾਹਿਬ ਦੇ ਨਿਮਿੱਤ ਭੇਜੀਆਂ ਸੀ ਉਹਦੇ ਘਰੋਂ ਨਿਕਲ ਆਈਆਂ, ਜਿਸ ਤੋਂ ਫਿਰ ਉਹ ਬਹੁਤ ਸ਼ਰਮਿੰਦਾ ਹੋਇਆ। ਉਹਦੀ ਘਰਵਾਲੀ ਨੇ ਜਾ ਕੇ ਮਾਤਾ ਜੀ ਦੇ ਚਰਨ ਫੜ ਲਏ। ਭਾਵੇਂ ਮਾਤਾ ਜੀ ਨੇ ਉਹਦੀ ਇਸਤਰੀ ਪਰ ਬਹੁਤ ਦਇਆ ਕਰਕੇ ਚੇਤੂ ਨੂੰ ਸਤਿਗੁਰੂ ਕੋਲੋਂ ਛੁਡਾਤਾ, ਪਰ ਤਾੜਨਾ ਸਾਰੇ ਮਸੰਦਾਂ ਨੂੰ ਬਹੁਤ ਹੋਈ, ਜਿਸ ਕਰਕੇ ਡਰਦੇ ਮਾਰੇ ਬਹੁਤ ਵਸਤਾਂ ਜੋ ਸਿੱਖਾਂ ਦੇ ਘਰਾਂ ਤੋਂ ਲਿਆ ਕੇ ਚੁਰਾ ਰੱਖੀਆਂ ਸੀ, ਫਿਰ ਉਹਨਾਂ ਨੇ ਅੱਗੇ ਪਿੱਛੇ ਹਨੇਰੇ ਸਵੇਰੇ ਮਾਤਾ ਜੀ ਦੇ ਕੋਲੇ ਪਹੁੰਚਦੀਆਂ ਕਰਤੀਆਂ। ਤੇ ਅੱਗੇ ਨੂੰ ਐਸੇ ਕੰਨ ਹੋਏ ਜੋ ਕੁਛ ਸਿੱਖਾਂ ਕੋਲੋਂ ਮਸੰਦ ਲਿਆਉਣ, ਉਹ ਸਾਰੀ ਵਸਤੂ ਗੁਰੂ ਕਿਆਂ ਅੱਗੇ ਲਿਆ ਕੇ ਰੱਖਣ। ਪਰ ਸਲਾਹਾਂ ਗੁਰੂ ਕੇ ਵਿਰੁੱਧ ਬਹੁਤ ਕਰਨ ਲੱਗ ਪਏ, ਜਿਸ ਕਰਕੇ ਸੰਗਤਾਂ ਵਿੱਚੋਂ ਫਿਰ ਇਹਨਾਂ ਮਸੰਦਾਂ ਦਾ ਵਿਸਾਹ ਉੱਠ ਗਿਆ। ਉਸੇ ਸਮੇਂ ਇੱਕ ਦਿਨ ਭਾਈ ਉਦੇ ਸਿੰਘ ਜੀ ਸ਼ਿਕਾਰ ਖੇਡਣ ਗਏ ਤੇ ਇੱਕ ਬੜਾ ਭਾਰੀ ਸ਼ੇਰ ਮਾਰਿਆ, ਜਿਹਦਾ ਚਮੜਾ ਉਤਾਰ ਕੇ ਗੁਰੂ ਸਾਹਿਬ ਦੇ ਹੁਕਮ ਨਾਲ ਬੇਮਲੂਮਾ ਜਿਹਾ ਇੱਕ ਰਿਸ਼ਟ ਪੁਸ਼ਟ ਜਿਹੜਾ ਗਧਾ ਸੀ ਉਹਦੇ ਤੇ ਮੜ ਕੇ ਮਹਾਰਾਜ ਦੇ ਹੁਕਮ ਨਾਲ ਤੇ ਉਹ ਖੇਤਾਂ 'ਚ ਛੁਡਾਤਾ ਗੁਰੂ ਸਾਹਿਬ ਜੀ ਨੇ। ਜਿਹਨੂੰ ਸ਼ੇਰ ਫਿਰਦਾ ਸਮਝ ਕੇ ਜਿੰਨੇ ਖੇਤਾਂ ਦੇ ਰਖਵਾਲੇ ਸੀ ਡਰ ਡਰ ਕੇ ਦੂਰੋਂ ਭੱਜਿਆ ਕਰਨ। ਕੋਈ ਹੁਣ ਉਹਦੇ ਨੇੜ ਨਹੀਂ ਸੀ ਜਾਂਦਾ, ਸਗੋਂ ਜਿਹੜੇ ਪਸ਼ੂ ਵੀ ਐ ਉਹਦੇ ਮੁਸ਼ਕ ਤੋਂ ਭੱਜਣ ਲੱਗ ਪਿਓ। ਬੇਧੜਕ ਜਿਹੜਾ ਹੈ ਸਾਰੇ ਚੇਤਰ ਮਹੀਨੇ ਦੀਆਂ ਖੇਤੀਆਂ ਚਰਦਾ ਫਿਰੇ। ਕਈ ਵਾਰੀ ਜ਼ਿਮੀਂਦਾਰਾਂ ਨੇ ਗੁਰੂ ਸਾਹਿਬ ਕੋਲ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਖੇਤਾਂ ਵਿੱਚ ਕਈ ਦਿਨਾਂ ਤੋਂ ਇੱਕ ਸ਼ੇਰ ਫਿਰਦਾ, ਤੁਸੀਂ ਚੱਲ ਕੇ ਉਹਦਾ ਸ਼ਿਕਾਰ ਕਰ ਦਿਓ। ਗੁਰੂ ਸਾਹਿਬ ਜਾਣਦੇ ਸੀ ਵੀ ਕਿਹੋ ਜਿਹਾ ਸ਼ੇਰ ਹੈ। ਹੋਰ ਗੱਲਾਂ ਦੇ ਵਿੱਚ ਮਹਾਰਾਜ ਨੇ ਟਾਲ ਦੇਣਾ। ਇਸੇ ਤਰ੍ਹਾਂ ਜਦੋਂ ਬਹੁਤ ਦਿਨ ਹੋਏ, ਗਧਾ ਵੀ ਖੇਤ ਚਰ ਚੁਰ ਕੇ ਐਨ ਚੰਗਾ ਮੁਸਟੰਡਾ ਬਣ ਗਿਆ। ਤੇ ਇੱਕ ਦਿਨ ਤਰਕਾਲਾਂ ਸ਼ਾਮ ਜਿਹਾ ਪਿਆ ਫਿਰਦਾ ਫਿਰਦਾ ਘੁਮਿਆਰ ਦੇ ਘਰ ਦੇ ਕੋਲੇ ਆ ਖੜ ਗਿਆ ਤੇ ਉਧਰੋਂ ਉਹਦੇ ਭਰਾਵਾਂ ਦੀ ਗਧਿਆਂ ਦੀ ਆਵਾਜ਼ ਹੀਂਗਣਾ ਸੁਣਿਆ ਤੇ ਇਹ ਵੀ ਹੀਂਗ ਪਿਆ। ਪਰ ਇੱਕ ਵਾਰੀ ਤਾਂ ਖਿੜਕੀ ਥਾਣੀ ਉਹਨੂੰ ਵੇਖ ਕੇ ਘੁਮਾਰ ਵੀ ਕੰਬ ਗਏ ਸੀ। ਪਰ ਫਿਰ ਜਦੋਂ ਆਵੀ ਦੀ ਸੁਆਹ ਵਿੱਚ ਲੇਟਣ ਲੱਗਿਆ, ਇਹਦਾ ਘੁਮਾਰਾਂ ਨੇ ਪਛਾਣ ਲਿਆ, ਇਹ ਤਾਂ ਉਹ ਸਾਡਾ ਖੋਤਾ ਹੈ ਜਿਹੜਾ ਗਵਾਚ ਗਿਆ ਸੀ। 4 ਡੰਡੇ ਮਾਰੇ, ਘਰ 'ਚ ਵਾੜ ਕੇ ਸ਼ੇਰ ਦਾ ਬੁਰਕਾ ਲਾਹਤਾ ਤੇ ਉੱਤੇ ਗੰਦਾ ਕੂੜਾ ਲੱਦ ਕੇ ਸੋਟੇ ਅੱਗੇ ਧਰ ਲਿਆ। ਫਿਰ ਇਹ ਕੌਤਕ ਗੁਰੂ ਸਾਹਿਬ ਦਾ ਕੀਤਾ ਹੋਇਆ ਸਮਝ ਕੇ ਉਹ ਸ਼ੇਰ ਦਾ ਬੁਰਕਾ ਸਤਿਗੁਰਾਂ ਅੱਗੇ ਲਿਆ ਧਰਿਆ। ਜਦੋਂ ਉਹ ਗਧੇ ਦਾ ਤੇ ਸ਼ੇਰ ਦੇ ਬੁਰਕੇ ਦਾ ਮਿਲਾਪ, ਤੇ ਫਿਰ ਦੇਖੋ ਵਿਛੋੜਾ, ਕਿੱਥੇ ਜਿਹੜਾ ਬਾਣਾ ਸ਼ੇਰ ਦਾ ਸੀ ਤੇ ਕਿੱਥੇ ਉਹ ਵਿਛੋੜਾ ਲਾਤਾ। ਇਹ ਹਾਲ ਸਾਰਾ ਸੁਣਾਇਆ। ਸਾਰੇ ਸਿੱਖ ਮੂੰਹ 'ਚ ਉਂਗਲਾਂ ਲੈ ਲੈ ਕੇ ਹੈਰਾਨ ਹੋਣ ਲੱਗ ਪਏ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਸਿੱਖੋ, ਇਹ ਸ਼ੇਰ ਦੇ ਬੁਰਕੇ ਦਾ ਪ੍ਰਤਾਪ ਵੇਖੋ ਤੁਸੀਂ। ਜਦ ਤੱਕ ਉਹ ਗਧਿਆਂ ਵਿੱਚ ਨਾ ਰਲਿਆ ਤੇ ਉਹ ਬੁਰਕਾ ਉਹਦੇ ਉੱਤੇ ਬਾਣਾ ਰਿਹਾ, ਤਦ ਤੱਕ ਕੋਈ ਦੁਸ਼ਮਣ ਉਹਨੂੰ ਘੇਰ ਨਹੀਂ ਸਕਿਆ। ਤੇ ਜਦ ਉਹ ਆਪੇ ਆਪਣਾ ਗਧਾਪੁਣਾ ਖੋਤਿਆਂ ਨਾਲ ਰਲ ਕੇ ਉਹਨੇ ਪ੍ਰਗਟ ਕਰ ਲਿਆ ਤਾਂ ਉਸ ਤੋਂ ਗਧੇ ਦਾ ਕੰਮ ਲਿਆ। ਹੁਣ ਤੁਸਾਂ ਨੂੰ ਜੋ ਅਸੀਂ ਅਕਾਲ ਪੁਰਖ ਦਾ ਇਹ ਬਾਣਾ ਪਹਿਨਾਇਆ, ਸੱਚੇ ਸਿੰਘ ਸਾਜਿਆ ਹੈ,
ਜੇ ਤੁਸੀਂ ਇਹਦੀ ਲਾਜ ਪਾਲੋਗੇ, ਸ਼ੇਰ ਵਾਲੀ ਬਿਰਤੀ ਰੱਖੋਗੇ, ਤਾਂ ਤੁਹਾਡੇ ਅੱਗੇ ਕੋਈ ਵੀ ਜਿਹੜਾ ਆਊ ਉਹ ਦਬਿਆ ਰਹੂ। ਹਿੰਦੂ ਤੁਰਕ ਸਭ ਦਬੇ ਰਹਿਣਗੇ। ਜਿਹੜਾ ਸਿੱਖ ਖੋਤੇ ਵਾਂਗੂ ਫੇਰ ਆਪਣੀ ਜਾਤ ਭਾਈਆਂ ਦੀ ਸੰਗਤ ਵਿੱਚ ਮਿਲ ਕੇ ਇਹ ਸਿੱਖ ਧਰਮ ਨੂੰ ਛੱਡ ਦੇਵੇਗਾ, ਉਸ ਦੇ ਉੱਤੇ ਵਰਨ ਆਸ਼ਰਮ ਵਾਲੀ ਹਿੰਦੂ ਪੁਣੇ ਦੀ ਛੱਟ, ਪ੍ਰਜਾਪਤ ਬ੍ਰਾਹਮਣ ਲੋਕ ਲੱਦ ਕੇ 84 ਲੱਖ ਦੀਆਂ ਜੂਨੀਆਂ ਦੇ ਕਸ਼ਟ ਭਗਾਉਣ ਵਾਸਤੇ ਆਪੋ ਆਪਣੀ ਸ਼ਰ੍ਹਾ ਮਰਜ਼ਾਦਾ ਦੇ ਡੰਡੇ ਅੱਗੇ ਲਾ ਲੈਣਗੇ। ਇਹ ਉਪਦੇਸ਼ ਤੇ ਉਦਾਹਰਨ ਦਿਖਾਉਣ ਦਾ ਐਸਾ ਅਸਰ ਸਿੰਘਾਂ ਦੇ ਦਿਲ ਉੱਤੇ ਪਿਆ। ਸਾਰੇ ਸਿੰਘ ਆਪਣੇ ਆਪ ਨੂੰ ਸਾਰਿਆਂ ਨਾਲੋਂ ਵੱਖਰਾ ਖਾਲਸਾ ਪੰਥ ਮੰਨਣ ਲੱਗ ਪਏ, ਜਿਸ ਦਾ ਫਲ ਫਿਰ ਥੋੜੇ ਦਿਨਾਂ ਵਿੱਚ ਬਹੁਤ ਹੋਇਆ। ਅੱਸੂ ਮਹੀਨਾ ਸੰਮਤ 1757 ਬਿਕਰਮੀ ਨੂੰ ਇੱਕ ਦਿਨ ਭਾਈ ਨੰਦ ਲਾਲ ਜੀ ਮੁਲਤਾਨ ਦੇ ਰਹਿਣ ਵਾਲੇ ਇੱਕ ਵੈਸ਼ਨੋ ਖੱਤਰੀ ਦੇ ਪੁੱਤਰ ਸਨ। ਜਦੋਂ ਇਹਨਾਂ ਦਾ ਕੁੱਲ ਗੁਰੂ ਸੀ ਵੈਸ਼ਨੋਆਂ ਦਾ ਜਾਨਕੀ ਦਾਸ, ਉਹ ਕੰਠੀ ਬੰਨਣ ਲੱਗੇ ਤੇ ਭਾਈ ਨੰਦ ਲਾਲ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਜੇ ਤੁਹਾਡੇ ਪਾਸ ਨਾਮ ਦੀ ਕੰਠੀ ਹੈ ਤਾਂ ਮੇਰੇ ਕੰਠ 'ਚ ਧਾਰਨ ਕਰਾ ਦਿਓ। ਉਹ ਕਹਿਣ ਲੱਗਿਆ, ਭਾਈ ਮੇਰੇ ਪਾਸ ਉਹ ਕੰਠੀ ਨਹੀਂ ਹੈ, ਉਹ ਕੰਠੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਹੈ। ਭਾਈ ਨੰਦ ਲਾਲ ਉਸੇ ਦਿਨ ਆਨੰਦਪੁਰ ਸਾਹਿਬ ਤੁਰਿਆ ਆ। ਉਪਦੇਸ਼ ਸਤਨਾਮ ਧਾਰਨ ਕਰਕੇ ਸੱਚਾ ਸਿਦਕੀ ਪੱਕਾ ਸਿੱਖ ਬਣ ਗਿਆ। ਤੇ ਇਸੇ ਤਰ੍ਹਾਂ ਫਿਰ ਗਿਆਨੀ ਗਿਆਨ ਸਿੰਘ ਜੀ ਨੇ ਜਦੋਂ ਇਤਿਹਾਸ ਲਿਖਿਆ, ਦੱਸਦੇ ਹਨ ਕਿ ਹੁਣ ਭਾਈ ਉਹਨਾਂ ਦੀ ਅੱਗੇ ਸੰਤਾਨ ਭਾਈ ਮੋਹਨ ਲਾਲ ਖਜ਼ਾਨਚੀ ਇਤਿਆਦਿਕ ਮੁਲਤਾਨ ਤੇ ਬਹਾਵਲਪੁਰ ਦੇ ਵਿੱਚ ਉਹ ਰਹਿੰਦੇ ਹਨ। ਤੋ ਇਸ ਤਰ੍ਹਾਂ ਭਾਈ ਨੰਦ ਲਾਲ ਜੀ, ਜਿਨ੍ਹਾਂ ਨੇ ਫਾਰਸੀ ਬੋਲੀ ਦੇ ਵਿੱਚ ਇੱਕ ਕਿਤਾਬ ਜਿਹਦਾ ਨਾਂ ਉਹਨਾਂ ਨੇ ਬੰਦਗੀ ਨਾਮਾ ਰੱਖਿਆ, ਉਹ ਬਣਾ ਕੇ ਲਿਆਏ, ਲਿਖ ਕੇ ਗੁਰੂ ਸਾਹਿਬ ਦੇ ਅੱਗੇ ਭੇਟ ਕੀਤੀ, ਨਜ਼ਰ ਕੀਤੀ, ਜਿਹਨੂੰ ਪੜ੍ਹ ਕੇ ਗੁਰੂ ਸਾਹਿਬ ਨੇ ਬਹੁਤ ਖੁਸ਼ ਹੋ ਕੇ ਬਚਨ ਕੀਤਾ, ਭਾਈ ਨੰਦ ਲਾਲ ਇਹ ਤਾਂ ਬੰਦਗੀ ਨਾਮਾ ਨਹੀਂ, ਇਹ ਤਾਂ ਕੋਈ ਜ਼ਿੰਦਗੀ ਨਾਮਾ ਹੈ। ਭਾਈ ਨੰਦ ਲਾਲ ਜੀ ਦੇ ਨਾਲ ਜਿਹੜਾ ਇੱਕ ਸੈਯਦ ਸ਼ਾਹ ਦਰੋਗਾ ਆਇਆ ਸੀ, ਉਹਨੂੰ ਸ਼ਬਦ ਵਿੱਚ ਰਤਿਆ ਹੋਇਆ ਵੇਖ ਕੇ ਪੁੱਛਿਆ ਗੁਰੂ ਸਾਹਿਬ ਨੇ, ਮੀਰ ਜੀ ਤੁਸੀਂ ਪੀਰ ਕਿਹਨੂੰ ਕੀਤਾ ਹੋਇਆ? ਉਹਨੇ ਬੇਨਤੀ ਕੀਤੀ, ਮਹਾਰਾਜ ਵੀ ਮੇਰਾ ਪੀਰ ਤੇ ਨੰਦ ਲਾਲ ਜੀ ਹੋਏ ਨੇ। ਇਹ ਗੱਲ ਸੁਣ ਕੇ ਭਾਈ ਆਲਮ ਸਿੰਘ ਇਤਿਆਦਿ ਕਈ ਸਿੰਘ ਗੁੱਸੇ 'ਚ ਹੋ ਕੇ ਕਹਿਣ ਲੱਗੇ, ਮੀਰ ਸਾਹਿਬ ਤੁਸੀਂ ਬਹੁਤ ਭੁਲੇਖੇ ਵਿੱਚੋਂ, ਕਿਉਂਕਿ ਗੁਰੂ ਮਹਾਰਾਜ ਤੋਂ ਬਿਨਾਂ ਹੋਰ ਕੋਈ ਦੇਹਧਾਰੀ ਪੀਰ ਮੰਨਣ ਯੋਗ ਨਹੀਂ ਹੈ। ਇਹ ਸੁਣ ਕੇ ਦਰੋਗਾ ਸ਼ਰਮਿੰਦਾ ਹੋਇਆ। ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਭਾਈ ਸਿੱਖੋ ਨੰਦ ਲਾਲ ਮੇਰਾ ਸਿੱਖ ਹੈ। ਜੋ ਗੁਰੂ ਦੇ ਬਚਨ ਪਰ ਪੂਰਾ ਭਰੋਸਾ ਰੱਖਣ ਵਾਲੇ ਸਿੱਖ ਨੇ ਨਾ, ਉਹ ਸਾਰੇ ਪ੍ਰਵਾਨ ਹਨ। ਮੇਰੇ ਪ੍ਰੇਮੀ ਸਿੱਖਾਂ ਵਿੱਚ ਜੋ ਕੋਈ ਭਿੰਨ ਭੇਦ ਮੰਨਦਾ ਹੈ ਉਹ ਭੁੱਲਿਆ ਹੋਇਆ ਹੈ। ਉਸ ਸਮੇਂ ਭਾਈ ਨੰਦ ਲਾਲ ਜੀ ਆਦਿਕ ਅਨੇਕਾਂ ਧਨੀ ਸਿੱਖ ਹਿੰਦੂਆਂ ਦੇ ਕਾਂਸੀ ਦੇ ਵਾਸੀ ਹੋਣ ਵਾਂਗੂ ਆਨੰਦਪੁਰ ਵਿੱਚ ਫਿਰ ਆ ਵਸੇ, ਕਿਉਂਕਿ ਇੱਥੇ ਹਰ ਵੇਲੇ ਕਥਾ ਕੀਰਤਨ ਸਤਸੰਗ ਗੁਰੂ ਸਾਹਿਬ ਜੀ ਦੇ ਦਰਸ਼ਨ ਔਰ ਤੀਰਥ ਇਸ਼ਨਾਨ ਦਾ ਲਾਭ ਪ੍ਰਾਪਤ ਹੁੰਦਾ ਰਹਿੰਦਾ ਸੀ। ਇਹਨਾਂ ਸਾਰਿਆਂ ਨੇ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਇਹ ਉਪਦੇਸ਼ ਕਿ ਪੁਰਖ ਨੂੰ ਦੇਗ ਤੇਗ ਦੋਵੇਂ ਕਰਮ ਵਿਧੀ ਨਾਲ ਕੀਤੇ ਹੋਏ ਦੋਹਾਂ ਲੋਕਾਂ ਵਿੱਚ ਸਾਰੀ ਜਗ੍ਹਾ ਸੁਖਦਾਇਕ ਹੁੰਦੇ ਹੈ, ਇਹ ਸੁਣ ਕੇ ਆਪੋ ਆਪਣੀ ਸਮਰੱਥਾ ਦੇ ਅਨੁਸਾਰ ਲੰਗਰ ਲਾਏ ਹੋਏ ਸਨ। ਉਹਨਾਂ ਦੇ ਘਰਾਂ ਤੋਂ ਬਹੁਤ ਸਿੱਖਾਂ ਸਾਧਾਂ ਵਿਆਗਤਾਂ ਨੂੰ ਜਥਾਯੋਗ ਪ੍ਰਸਾਦ ਮਿਲਦਾ ਤੇ ਉਹਨਾਂ ਦੀ ਮਾਣ ਵਡਿਆਈ ਹੁੰਦੀ ਦੇਖ ਕੇ ਕਈ ਮਸੰਦਾਂ ਨੇ ਵੀ ਆਪਣੇ ਆਪ ਨੂੰ ਇਹੋ ਜਿਹੇ ਦਾਤੇ ਉੱਗੇ ਕਰ ਛੱਡਿਆ। ਜਿਵੇਂ ਅਨੇਕਾਂ ਗਿਆਨੀ ਜੀ ਕਹਿੰਦੇ, ਸ਼ਹਿਰੀ ਖੱਤਰੀ ਬਾਣੀਏ ਉਹ 10 ਕੁ ਸਾਧਾਂ ਨੂੰ ਪ੍ਰਸ਼ਾਦ ਛਕਾ ਕੇ 50 ਕੁ ਪੱਤਲਾਂ ਜੂਠੀਆਂ ਲੋਕ ਦਿਖਾਵਾ ਗਲੀ 'ਚ ਸੁੱਟ ਦਿੰਦੇ ਐ ਤੇ ਆਪਣੀ ਉਜਾਗਰੀ ਵਾਸਤੇ ਥੋੜਾ ਪ੍ਰਸ਼ਾਦ ਫਿਰ ਲੋਕਾਂ ਦੇ ਘਰੀ ਪਹੁੰਚਾ ਦਿੰਦੇ ਆ। ਇਸੇ ਤਰ੍ਹਾਂ ਬਣਾਵਟਾਂ ਕਰਕੇ ਕਈ ਮਸੰਦ ਤੇ ਜਿਹੜੇ ਕੁਝ ਕੱਚੇ ਬੰਦੇ ਸੀ ਗੁਰੂ ਸਾਹਿਬ ਦੀ ਸਭਾ ਵਿੱਚ ਆ ਕੇ ਫਿਰ ਉਹਨਾਂ ਨੇ ਬੜੀਆਂ ਉੱਚੀਆਂ ਗੱਲਾਂ ਕਰਦੀਆਂ ਗਿੱਬਣਾ। ਇੱਕ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਲੰਗਰਾਂ ਦੀ ਪ੍ਰੀਖਿਆ ਕਰਨ ਲਈ ਰਾਤ ਨੂੰ ਹਨੇਰੇ ਵਿੱਚ ਸੰਤ ਬਾਣਾ ਧਾਰ ਕੇ ਚਲੇ ਗਏ। ਜਿਹਦੇ ਜਾਣ ਕਿਸੇ ਕਹੇ ਅਜੇ ਰੋਟੀ ਪੱਕੀ ਨਹੀਂ ਹੈ,
ਕਿਹੇ ਕਿਹਾ ਥੋੜਾ ਜਿਹਾ ਠਹਿਰ ਜੋ, ਕੋਈ ਕਹਿੰਦਾ ਜੀ ਭੋਗ ਨਹੀਂ ਲੱਗਿਆ, ਬਹਾਨਾ ਜਿਹਾ ਬਣਾ ਲਿਆ। ਇਸੇ ਤਰ੍ਹਾਂ ਜਿਹੜਾ ਹੈ, ਜਿਹੜੇ ਬੜੇ ਬੜੇ ਗਿੱਭਦੇ ਸੀ, ਬੋਲਦੇ ਉੱਚੀ, ਉਹਨਾਂ ਦੇ ਘਰੋਂ ਤਾਂ ਜਵਾਬ ਜਿਹੜਾ ਸੀ, ਜਾਂ ਕਿਸੇ ਦੇ ਘਰੋਂ ਮਾੜਾ ਮੋਟਾ ਬਿਹਾ ਜਾਂ ਟੁਕੜਾ ਮਿਲਿਆ। ਭਾਈ ਨੰਦ ਲਾਲ ਜੀ ਤੇ ਭਾਈ ਰਾਮ ਕੋਇਰ ਜੀ, ਬਾਬੇ ਬੁੱਢੇ ਕੇ ਰਮਦਾਸ ਵਾਲੇ, ਮੁਨਸ਼ੀ ਸਾਹਿਬ ਚੰਦ ਤੇ ਦੀਵਾਨ ਨੰਦ ਚੰਦ, ਇਹਨਾਂ ਦੇ ਵੀ ਵੱਖ-ਵੱਖ ਜਗ੍ਹਾ ਤੇ ਜਿਹੜੇ ਆ ਲੰਗਰ ਚੱਲਦੇ ਹੁੰਦੇ ਸੀ। ਇਹਨਾਂ ਦੇ ਲੰਗਰਾਂ ਵਿੱਚੋਂ ਪ੍ਰਸ਼ਾਦ ਪੂਰਾ ਮਿਲਿਆ, ਪਰ ਗੁਰੂ ਸਾਹਿਬ ਨੂੰ ਪਛਾਣਿਆ ਕਿਸੇ ਨਾ। ਦਿਨ ਚੜ੍ਹੇ ਜਦ ਲੋਕ ਸਭਾ ਦੇ ਵਿੱਚ ਗੁਰੂ ਸਾਹਿਬ ਦੇ ਸਾਹਮਣੇ ਆਏ ਤੇ ਲੰਗਰ ਦੇਣ ਦੇ ਪ੍ਰਸੰਗ ਚੱਲੇ, ਤਾਂ ਜਿਹੜੇ ਕੇਵਲ ਗਾਲੜੀ ਦਾਤੇ ਸਨ, ਆਪਣੀਆਂ ਸ਼ੇਖੀਆਂ ਮਾਰਨ ਲੱਗੇ, ਅਸੀਂ ਤਾਂ ਵੀ ਆਏ ਲੰਗਰ ਚਲਾਉਣੇ ਆ। ਗੁਰੂ ਸਾਹਿਬ ਨੇ ਜਿਹੋ ਜਿਹਾ ਕਿਸੇ ਨੇ ਰਾਤ ਕੁਛ ਦਿੱਤਾ ਸੀ, ਉਹ ਸਾਰਾ ਮਹਾਰਾਜ ਨੇ ਸਾਰਾ ਕੁਝ ਵਰਣਨ ਕਰਕੇ ਸੁਣਾਇਆ ਤੇ ਪ੍ਰਸ਼ਾਦੇ ਟੁਕੜੇ ਵੱਖਰੇ ਵੱਖਰੇ ਕਰਕੇ ਦਿਖਾਏ, ਜੀ ਤੋਂ ਫਿਰ ਸੱਚੇ ਤੇ ਕੱਚੇ ਦਾਤੇ ਚੰਗੀ ਤਰ੍ਹਾਂ ਪਰਖੇ ਗਏ। ਸੱਚਿਆਂ ਨੂੰ ਵਾਹ ਮਿਲੀ ਤੇ ਕੱਚਿਆਂ ਦੀ ਲਾਪਾ, ਉਹਨਾਂ ਨੂੰ ਲਾਹ ਪਾਈ ਐਸੀ ਹੋਈ, ਬੇਇੱਜ਼ਤੀ ਹੋਈ। ਤੇ ਉਹ ਰਾਤ ਵਾਲੀ ਪੋਸ਼ਾਕੀ ਜਿਹੜੀ ਹੈ, ਭਾਈ ਸੇਵਾ ਸਿੰਘ ਨੂੰ, ਇਹ ਸਤੋਗੁਣੀ ਵਿਰਕਤ ਗੁਰਮੁਖ ਪਿਆਰਾ ਸੀ, ਗੁਰੂ ਸਾਹਿਬ ਦੀ ਹਜ਼ੂਰੀ 'ਚ ਰਹਿੰਦਾ ਤੇ ਇਹ ਨਿਰਮਲਿਆਂ ਵਿੱਚੋਂ ਸੰਤ ਸੀ, ਤੇ ਇਹਨੂੰ ਮਹਾਰਾਜ ਨੇ ਬਖਸ਼ਤੀ। ਉਹਦੀ ਸੰਪਰਦਾਇ ਦੇ ਵਿੱਚੋਂ ਫਿਰ ਅੱਗੇ ਪੰਡੋਰੀ ਵਾਲੇ ਨਿਰਮਲੇ ਸਾਧੂ ਹੋਏ। ਇਹ ਚਰਿੱਤਰ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕੇਵਲ ਸਚਾਈ ਪੁਰ ਸਥਿਰ ਕਰਨ ਦੇ ਵਾਸਤੇ ਜਾਂ ਸੁਚੇਤ ਹੁਸ਼ਿਆਰ ਕਰਨ ਲਈ ਕੀਤਾ ਸੀ, ਜਿਹੜਾ ਖਾਲਸੇ ਨੂੰ ਹਮੇਸ਼ਾ ਯਾਦ ਰੱਖਣਾ ਭਾਈ ਉਚਿਤ ਹੈ। ਸੰਮਤ 1757 ਬਿਕਰਵੀ ਨੂੰ ਮਾਘ ਮਹੀਨਾ ਲੰਘਿਆ, ਹੋਲੇ ਦੇ ਦਿਨ ਨੇੜੇ ਆਏ ਤੇ ਗੁਰੂ ਸਾਹਿਬ ਜੀ ਨੇ ਦੀਵਾਨ ਦੇ ਵਿੱਚ ਭਾਈ ਨੰਦ ਚੰਦ ਤੇ ਖਜ਼ਾਨਚੀ ਭਾਈ ਨੰਦ ਚੰਦ ਜੀ, ਭਾਈ ਮਤੀ ਰਾਮ ਜੀ, ਇਹਨਾਂ ਨੂੰ ਹੁਕਮ ਦਿੱਤਾ। ਮਹਾਰਾਜ ਕਹਿੰਦੇ ਗੁਲਾਲ, ਅਮੀਰ, ਰੋਲਾ, ਕੁਮਕੁਮੇ, ਪਿਚਕਾਰੀਆਂ, ਰੰਗ ਸਭ ਤਿਆਰ ਕਰੋ। ਸੰਗਤ ਨੂੰ ਸੱਦਿਆ ਗਿਆ। ਉੱਥੇ ਤਾਂ ਉਹਨੂੰ ਹੁਕਮ ਦੀ ਦੇਰ ਸੀ। ਉਸੇ ਦਿਨ ਸੰਗਤਾਂ ਨੂੰ ਹੁਕਮਨਾਮੇ ਲਿਖਤੇ, ਹੋਲਾ ਖੇਲਣ ਦੀਆਂ ਯੋਗ ਵਸਤਾਂ ਜਮ੍ਹਾਂ ਕਰਨ ਲੱਗ ਪਏ। ਗੁਰੂ ਸਾਹਿਬ ਜੀ ਨੇ ਦਮਦਮੇ ਸਾਹਿਬ ਕੁੱਚੇ ਚੌਂਤਰੇ ਤੇ, ਆਨੰਦਪੁਰ ਵੀ ਇੱਕ ਦਮਦਮਾ ਸਥਾਨ ਹੈ, ਫਰਸ਼ ਵਿਛਾ ਕੇ ਚਾਂਦਨੀ ਸਫੈਦ ਤਨਾ ਕੇ ਦੀਵਾਨ ਲਾਇਆ ਤੇ ਰਾਗੀ ਕੀਰਤਨੀਆਂ ਨੇ ਕੀਰਤਨ ਕੀਤਾ, ਗੁਰ ਸੇਵੋ ਕਰ ਨਮਸਕਾਰ, ਆਜ ਹਮਾਰੇ ਮੰਗਲਚਾਰ, ਆਜ ਹਮਾਰੇ ਮਹਾ ਆਨੰਦ, ਚਿੰਤ ਲੱਥੀ ਭੇਟੇ ਗੋਵਿੰਦੇ। ਬਸੰਤ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ, ਇਉਂ ਸ਼ਬਦ ਹੋਰ ਬਸੰਤ ਰਾਗ ਵਿੱਚ ਗਾਏ। ਫਿਰ ਪਹਿਲਾਂ ਗੁਰੂ ਸਾਹਿਬ ਜੀ ਉੱਤੇ ਪੰਜ ਪਿਆਰਿਆਂ ਨੇ ਗੁਲਾਲ, ਅਮੀਰ, ਗੁਲਾਬ ਔਰ ਕੇਸਰ ਛਿੜਕਿਆ। ਫਿਰ ਗੁਰੂ ਸਾਹਿਬ ਨੇ ਉਹਨਾਂ ਦੇ ਉੱਤੇ ਰੰਗ ਪਾਇਆ। ਉਸ ਤੋਂ ਪਿੱਛੋਂ ਭਾਈ ਨੰਦ ਲਾਲ ਇਤਿਆਦਿਕ ਸਾਰੇ ਸਿੱਖਾਂ ਨੇ ਗੁਰੂ ਸਾਹਿਬ ਦਾ ਪੂਜਨ ਗੁਲਾਲ ਦੇ ਨਾਲ ਕੀਤਾ। ਫਿਰ ਤੇ ਇੱਕ ਨੇ ਦੂਜੇ ਉੱਤੇ ਗੁਲਾਲ ਰੰਗ ਬਰਸਾਉਣਾ ਆਰੰਭਿਆ। ਪਿਚਕਾਰੀਆਂ, ਕੁਮਕੁਮਿਆਂ ਦੀ ਵਿਛਾੜ, ਅਨੇਕਾਂ ਸਿੱਖ ਪਿਛਾੜ ਸਿੱਟ ਘੱਤੇ, ਐਸਾ ਹੱਲਾ ਮਚਾਇਆ, ਇੱਕ ਨੇ ਦੂਜੇ ਨੂੰ ਭਜਾਇਆ ਤੇ ਭੇਵਿਆਂ ਕਿ ਧਰਤੀ ਅਸਮਾਨ ਸਾਰੇ ਲਾਲ ਹੋ ਗਏ। ਗੁਰੂ ਸਾਹਿਬ ਜੀ ਸੰਤਾਂ ਸਮੇਤ ਹੋਲਾ ਖੇਡਦੇ ਉੱਥੋਂ ਚੱਲ ਕੇ ਫਿਰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਦੇਵਰੇ ਤੇ ਪਹੁੰਚੇ। ਬੜੀ ਧੂਮ ਧਾਮ ਦੇ ਨਾਲ ਹੋਲਾ ਖੇਡਿਆ। ਕਵੀਸ਼ਰਾਂ ਨੇ ਕਵਿੱਤ ਉਚਾਰੇ, ਜਿਨ੍ਹਾਂ ਦੇ ਵਿੱਚੋਂ ਫਿਰ ਨਮੂਨੇ ਮਾਤਰ ਇੱਕ ਗਜ਼ਲ ਉਸ ਸਮੇਂ ਦੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਉਚਾਰੀ ਹੈ। ਕੱਲ ਵੀ ਗੱਲ ਆਈ ਸੀ ਨਾ ਕਿ ਗੁਲਾਲ ਅੱਜ ਕੱਲ੍ਹ ਉਹ ਚੀਜ਼ ਹੈ ਕਿ ਪਰਸੋਂ ਗੱਲ ਆਈ ਸੀ, ਫੋਟੋਆਂ ਪਾਉਣ ਲੱਗ ਜਾਂਦੇ ਜੀ, ਆਹ ਰੰਗ ਛਿੜਕਦੇ ਆ ਜੀ, ਬਾਬੇ ਫਲਾਨਾ ਕਰਦੇ ਆ। ਦੇਖੋ ਗੁਰੂ ਸਾਹਿਬ ਨੇ ਜਦੋਂ ਇਹ ਗੁਲਾਲ ਖੇਡਿਆ, ਗੱਲ ਪ੍ਰੇਮ ਦੀ ਹੈ, ਧੱਕਾ ਨਹੀਂ ਕਿਸੇ ਨਾਲ। ਪ੍ਰੇਮ ਦਾ ਰੰਗ ਹੈ। ਰੰਗ ਤਾਂ ਗੁਰਮੁਖੋ ਖੁਸ਼ੀ ਦੀ ਨਿਸ਼ਾਨੀ ਹੈ। ਆਪਾਂ ਕੋਈ ਖੁਸ਼ੀ ਦਾ ਕਾਰਜ ਕਰਨਾ ਹੋਵੇ, ਪਹਿਲਾਂ ਰੰਗ ਕਰਦੇ ਹਾਂ ਕਿ ਉਹ ਇੱਕ ਖੁਸ਼ੀ ਦਾ ਪ੍ਰਤੀਕ ਬਣ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਇਹ ਉਸ ਸਮੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪ ਆਪਣੇ ਰਚਨਾ ਵਿੱਚ ਇਹ ਗੱਲ ਮੌਕੇ ਦੀ, ਕਿਉਂਕਿ ਭਾਈ ਨੰਦ ਲਾਲ ਜੀ ਤਾਂ ਨਾਲ ਸਨ ਖੇਡਣ ਵਾਲਿਆਂ 'ਚ, ਲਿਖਦੇ ਨੇ, ਗੁਲੇ ਹੋਲੀ ਬਬਾਸ਼ੇ ਦਾਹਰੇ ਬਿਸ਼ ਗੁਫਤ, ਲਵੇ ਚੂੰ ਗੁੰਚਹਾਰਾ ਫਰ ਖੁੰਦ ਖੁੰਦ ਕਰ,
गुलाबे अंबरो मशको अंबीरो चुंबारा बारसे अज सूब सोए करद। गुलाल अफसानीए दसते मुबारक जमीनों आसमारा सुरखरू करद। कहते जमीन ते समान तक रंग चाढ़ते महाराज ने। जिहे पिचकारीए पुर जाफरानी कि हर बेरंग राखुश रंगरू करद। दुआलम गस्त रंगी अज तुफैलस चुशाहिम जामह रंगी दरगुलू करद। कसे को दीदा दीदारे मुकद्दस मुरादे उमररा हस हासलन को करद। शब्द कुर्बान खा के साध संगत दिले गोया हमीरा आरजू करत। ते ये आपां अर्थ भाई साहब भाई नंद लाल जी की रचना की कथा वो होई भी है, रिकॉर्ड भी है सारी, उस समय सारे होए ने। तो उस वेले देखो फिर डेरा साहब महाराज का स्थान सी, इस गाय दीवान लग्या होया। ते एक सुथरे शाह जिहड़ा ढोलकी छाणे खड़काउंदा शब्द बाणी पढ़दे जिहड़ा है वो हाजिर हो गया। ते ये सुथरे शाहियां विच इन्हां महंत ने सारा शरीर ऐं काला कीता होया, मूँह किसी ने पछाणिया ना। सिखां दे पुछण ते उन्हें आख्या भी जिमें लोग देखो सोहणे मंदिर बना के फिर नज़र लगण तो डरदे होए काली तौड़ी टंग दिंदे ऐ, इसे तरह गुरु साहब जी ने जो सारे मजहबां पंथां तो श्रेष्ठ पंथ खालसा हिंदू मुसलमानां तो वखरा रचिया है। इस नूं हिंदू तुर्क पहाड़ी राजे जिहड़े खोटी दृष्टि नाल तकदे हन उन्हां दी नज़र बंद करन वास्ते मैं पंथ दा नज़र बट्टू बनिया होया हाँ। यह गल सुथरे सुन के गुरु साहब बहुत खुश है, वर दिता कि तू गुरु जी दी संगत दा भला करदा है। श्री गुरु नानक देव जी महाराज तेरा भला करनगे, तेरा दंड हिंदू तुर्क भरिया करनगे। वो अज तक प्रसिद्ध है, ये गल पक्की है। फिर देखो ये भरदे सन दिल्ली विच टका टका दुकान तो भरना पैंदा सी सुथरे शाहियां नूं। इसे तरह 5 दिन होले दी धूम धाम बनी रही। 6वें दिन होलगढ़ महला खेडण गए, कड़ा प्रसाद वरतिया, रागियां रबाबियां कविशरां नूं इनाम ते संगत नूं सिरों पाओ दे के विदा कीता। इसे साल फिर एक दिन शिकार खेडण गए। गुरु साहब जी ने खाई दे उत्तों दी घोड़ा टपाया तो गुरु महाराज साहब दी म्यान दा डोरा टुट के तलवार उछल पई। गुरु साहब ने सिखां कोलों धागा मंगिया। एक सहधारी सी, सिख ने अपना जनेऊ ला के दिता। जद दूए दिन उहदे साथियां ने उहनूं जंजू पाउण वास्ते आख्या तो उन्हें गुरु साहब जी दे अगे जद ये जनेऊ ना पाउण दी इच्छा प्रगट की, महाराज ने हुक्म किया कि कोई किसी सिंह नूं जनेऊ पाउण वास्ते नहीं आखेगा, वो तनखाईया होवेगा जिहड़ा ये गल आखू। गुरु नानक देव जी पातशाह ने जो सच्चा जनेऊ पाउण वास्ते धारना दौड़ी है, दया कपाहा संतोख सूत जत गंढी सत वट, एह जनेऊ जी का ही ता पाडे कत। भाई सिखो जिमें ये खालसा पंथ असी हिंदू तुर्क तो वखरा रचिया, इसे तरह खालसे दियां रहतां जड़ियां ने ये दोहां मजहबां तो वखरियां हन। ਸਿੰਘਾਂ बेनती की सच्चे पातशाह सानू देख के फिर हुण हिंदू तुर्क बड़े चिड़दे ने जिहड़े कुछ, क्योंकि आम हिंदू तो नहीं सी, वो महाराज दे श्रद्धालु सी। हिंदू जिथे शब्द वो लोग जिहड़े तुर्कां दे चापलूस बने हुए सन, जिवें पहाड़ीए सी, होर कहंदे हुंदे सी असी हिंदू आ, पर चापलूसी ते गुलामी तुर्कां दी करदे सी। क्यों कहंदे भी ये गजब दा गोला सिंह पंथ कित्थों प्रगट हो गया। गुरु साहब जी कहंदे ये ईरखा करके सड़दे भुजदे ही रहणगे, खालसा तीले वांगू इन्हां दी अखां विच रड़कदा रहेगा ते सारे मजहबां उत्ते छाया रहू। इस करके गुरमुखो बिरती किते गई नहीं है। कल भी शायद गल कीती जां परसों कथा विच कि अज भी बाणा बथेरिਆਂ नूं रड़कदा है। ये महाराज ने बचन कीते खालसा रड़कूगा वो बिरती वालियां नूं। तो संमत 1758 बिक्रमी नूं विसाखी दे मेले उत्ते ढाके बंगाले आदਿਕ पूर्व देश की बहुत संगत आई। जथा जोग उस देश के तोहफे नगदी गुरु साहब नूं अर्पण कीती
ਤਾਂ ਇੱਕ ਸੇਠ ਰਾਮ ਲਾਲ ਜਿਹੜਾ ਜੜੀਆ ਸਿੱਖ, ਤੇ ਇਉਂ ਰਹਿਤਨਾਮੇ ਦੇ ਵਿੱਚ ਜਿਵੇਂ ਹੁਕਮ ਹੈ, ਸਿੱਖ ਹੋਏ ਤਾਗਾ ਮੇਲੇ ਕਨਕਾ ਬਾਜੀ ਜੂਆ ਖੇਲੇ, ਸਿੱਖ ਹੋਏ ਸਿਰ ਟੋਪੀ ਧਰੇ ਸਾਤ ਜਨਮ ਕੁਸ਼ਟੀ ਹੋਏ ਮਰੇ। ਭਾਵ ਸਿੱਖ ਹੋ ਕੇ ਤਾਗੇ ਬੰਨ੍ਹਦਾ ਫਿਰੇ ਗੁੱਟਾਂ ਤੇ, ਜਾਂ ਕਈਆਂ ਨੇ ਹੁੰਦੇ ਫਲਾਣੇ ਮਿੰਤਾ ਜੀ ਫਲਾਣੇ ਨੇ ਤਾਗਾ ਬੰਨਿਆ ਹੋਇਆ, ਜਾਂ ਡੌਲਿਆਂ ਤੇ ਕਈਆਂ। ਮਹਾਰਾਜ ਜੀ ਕਹਿੰਦੇ ਸਿੱਖ ਹੋ ਕੇ, ਫਿਰ ਸਿੱਖ ਹੋ ਕੇ ਗਨਕਾ ਵਿਸ਼ਵਾ ਦੁਆਰੇ ਜਾਵੇ, ਗਨਕਾ ਬਾਜੀ ਕਰੇ ਜਾਂ ਜੂਆ ਖੇਲੇ, ਤੇ ਸਿੱਖ ਹੋ ਕੇ ਟੋਪੀ ਸਿਰ ਤੇ ਧਰਦਾ ਹੈ। 7 ਜਨਮ ਉਹਨੂੰ ਕੋੜੀ ਹੋਣ ਦੇ ਮਿਲਦੇ ਨੇ, 7 ਜਨਮ ਕੋੜ ਦੇ ਨਾਲ ਫਿਰ ਉਹਦਾ ਹੋਊ। ਤੇ ਇਹ ਜਿਹੇ ਵੀ ਰਹਿਤਨਾਮਿਆਂ ਵਿੱਚ ਜ਼ਿਕਰ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਨੂੰ, ਜਿਵੇਂ ਵੱਖਰਾ ਗੱਲ ਚੱਲੀ ਸੀ ਵਿੱਚ ਆ ਗਈ ਸੀ ਤਾਂ ਗੱਲ ਕਿ ਗੁਰੂ ਪਾਤਸ਼ਾਹ ਮਹਾਰਾਜ ਨੇ ਜਨੇਊ ਤੋਂ ਤਾਗਿਆਂ ਤੋਂ ਗੱਲ ਆ ਗਈ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਸੰਗਤ ਆਈ ਹੈ, ਤਾਂ ਇਹ ਜਿਹੜਾ ਸੇਠ ਰਾਮ ਲਾਲ ਜੀ ਜੜੀਆ ਸਿੱਖ ਸੀ, ਇਹ ਰਾਮ ਲਾਲ ਜੜੀਆ, ਇਹਦੇ ਪੜੋਤਰੇ ਲੱਲੂ ਸੇਠ ਮਕਸੂਦਾ ਬਾਢੀ ਨੇ ਸੰਮਤ 1921 ਬਿਕਰਮੀ ਸੰਮਤ ਨੂੰ ਮੰਜੀ ਸਾਹਿਬ ਦੇ 4 ਪਾਵੇ, 1 ਥਾਲ, 5 ਕੌਲ, 1 ਗੰਗਾ ਸਾਗਰ, ਚੌਰ ਦੀ ਡੰਡੀ, ਗੁਲਾਬਦਾਨੀ, ਇਹ ਸਮਾਨ ਸੋਨੇ ਚਾਂਦੀ ਦਾ 2800 ਦਾ ਉਸ ਸਮੇਂ ਪਟਨਾ ਸਾਹਿਬ ਚੜਾਇਆ ਸੀ। ਤੇ ਗਿਆਨੀ ਗਿਆਨ ਸਿੰਘ ਨੂੰ ਇਹਦਾ ਸਾਰਾ ਪਤਾ ਸੀ। ਉੱਥੇ ਇੱਕ ਧਰਮ ਸਿੰਘ ਮਹੰਤ ਸੀ, ਉਹ ਸਾਰਾ ਵੇਚ ਕੇ ਖਾ ਗਿਆ। ਤੇ ਲੱਲੂ ਸ਼ਾਹ ਨੇ ਉਹਦੇ ਉੱਤੇ ਫਿਰ ਦੂਜੇ ਪੁਜਾਰੀਆਂ ਦੇ ਚੁੱਕੇ ਚੁਕਾਏ ਮੁਕੱਦਮਾ ਕਰਤਾ, ਤੇ ਡਿਗਰੀ 1932 ਬਿਕਰਮੀ ਨੂੰ ਕਰਾਈ, ਪਰ ਕੁਛ ਪ੍ਰਾਪਤੀ ਨਾ ਹੋਈ ਉਸ ਸਮੇਂ। ਇਹ ਵਿਗਿਆਨੀ ਜੀ ਨੇ ਵਿੱਚ ਨਾਲ ਦਿੱਤਾ ਕਿ ਭਾਵ ਕਿ ਉਹਦਾ ਪਰਿਵਾਰ ਜਿਹੜਾ ਸੀ, ਇਹ ਸੇਠ ਰਾਮ ਲਾਲ ਜੜੀਏ ਸਿੱਖ ਦਾ ਬਹੁਤ ਸੇਵਕ ਸੀ, ਤੇ ਉਹਨੇ ਇੱਕ ਅਮੋਲਕ ਸੋਨੇ ਦਾ ਚੂੜਾ, ਹੀਰੇ ਪੰਨੇ, ਮਾਣਕ, ਪੁਖਰਾਜ, ਚੂਨੀਆਂ, ਤਾਂਬੜੇ, ਲਸਣੀਏ, ਨੀਲਮ, ਫਰੋਜੇ, ਹਕੀਕ, ਸਬਜੇ, ਮੋਤੀ, ਇਹੋ ਜਿਹੇ ਜੜੇ ਹੋਏ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਚੂੜਾ ਸੀ ਜਿਹਦੇ ਵਿੱਚ ਇੰਨਾ ਕੁਝ ਜੜਿਆ, ਉਹ ਸਤਿਗੁਰਾਂ ਅੱਗੇ ਨਜ਼ਰਾਨਾ ਭੇਟ ਕੀਤਾ, ਜਿਹਨੂੰ ਦੇਖ ਕੇ ਸਾਰੀ ਸਭਾ ਨੇ ਸਲਾਹਤਾ ਕੀਤੀ। ਤਾਂ ਉਸੇ ਸਿੱਖ ਨੇ ਪ੍ਰਾਰਥਨਾ ਕੀਤੀ ਕਿ ਸਤਿਗੁਰੂ ਜੀ, ਇਹ ਤਾਂ ਮਾਤਾ ਸੁੰਦਰੀ ਜੀ ਵਾਸਤੇ ਹੈ, ਇਦੋਂ ਚੰਗਾ ਚੂੜਾ ਪਹਿਲਾਂ ਵੀ ਮੈਂ ਮਾਤਾ ਜੀਤੋ ਜੀ ਵਾਸਤੇ ਭਾਈ ਬਲਾਕੀ ਦਾਸ ਮਹਾਨ ਮਸੰਦ ਦੇ ਹੱਥ ਭੇਜਿਆ ਸੀ, ਉਹ ਵੀ ਪਹੁੰਚਿਆ ਹੋਊ। ਤੇ ਗੁਰੂ ਸਾਹਿਬ ਨੇ ਬੁਲਾਕੀ ਦਾਸ ਮਸੰਦ ਨੂੰ ਪੁੱਛਿਆ, ਉਹ ਕਹਿੰਦਾ ਮਹਾਰਾਜ ਮੈਂ ਲਿਆਇਆ ਤਾਂ ਠੀਕ ਸੀ, ਪਰ ਜਦ ਮੇਰੇ ਚੋਰੀ ਹੋਈ ਤਦ ਉਹ ਲੈ ਗਿਆ। ਇਹ ਝੂਠਾ ਬਹਾਨਾ ਬਣਾ ਕੇ ਉਹਦੇ ਗਵਾਂਢੀ ਨੇ ਕਿਹਾ ਮਹਾਰਾਜ ਉਹ ਚੂੜਾ ਹੁਣ ਤੱਕ ਇਹਦੀ ਇਸਤਰੀ ਕੋਲੇ ਹੈ। ਗੁਰੂ ਸਾਹਿਬ ਨੇ ਬੁਲਾਕੀ ਦਾਸ ਨੂੰ ਰੱਖ ਕੇ ਉਹਦੇ ਘਰ ਸਿੰਘ ਭੇਜਤੇ। ਜਦੋਂ ਤਲਾਸ਼ੀ ਹੋਈ, ਉਸ ਚੂੜੇ ਤੋਂ ਬਿਨਾਂ ਹੋਰ ਕਈ ਵਸਤੂਆਂ ਗੁਰੂ ਨਿਮਿਤ ਸਿੱਖਾਂ ਦੀਆਂ ਭੇਜੀਆਂ ਹੋਈਆਂ ਦੇ ਘਰੋਂ ਨਿਕਲੀਆਂ। ਦੇਖੋ ਬੁਲਾਕੀ ਦਾਸ ਉਹ ਮਸੰਦ ਸੀ ਜਿਹਦੇ ਮਾਤਾ ਬਹੁਤ ਪ੍ਰੇਮਣ ਸੀ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਢਾਕੇ ਵੱਲ ਗਏ, ਇਹਦੇ ਘਰੇ ਗਏ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਤੇ ਪਹਿਲੀ ਤਸਵੀਰ ਜਿਹੜੀ ਇਹਦੀ ਮਾਤਾ ਨੇ ਮੁਸੱਵਰ ਸੱਦ ਕੇ ਗੁਰੂ ਤੇਗ ਬਹਾਦਰ ਜੀ ਦੀ ਬਣਵਾਈ ਸੀ। ਇਹ ਉਹ ਤਸਵੀਰ ਹੈ ਜਿਹੜੀ ਆਮ ਪ੍ਰਚਲਿਤ ਹੈ। ਜਦੋਂ ਮਹਾਰਾਜ ਅੰਮ੍ਰਿਤ ਵੇਲੇ ਇੱਕ ਰਸ ਨਾਮ ਰਸ ਵਿੱਚ ਬੈਠੇ ਸੀ, ਵਰਨਾ ਗੁਰੂ ਤੇਗ ਬਹਾਦਰ ਜੀ ਕਲਗੀ ਲਾ ਕੇ ਰੱਖਦੇ ਸੀ, ਮੋਢੇ ਤੇ ਜਿਹੜਾ ਹੈ ਧਨਖ ਹੁੰਦਾ ਸੀ, ਪੱਥਾ ਵੀ ਹੁੰਦਾ ਸੀ, ਕਿਰਪਾਨ ਵੀ ਹੁੰਦੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲੇ। ਜਿੰਨੇ ਗ੍ਰੰਥਾਂ ਵਿੱਚ ਬਾਣਾ ਇਹ ਸੀ, ਉਹ ਫਿਰ ਜਿਹੜੀ ਤਸਵੀਰ ਇਹ ਪ੍ਰਚਲਿਤ ਹੋਈ ਹੈ। ਅੰਮ੍ਰਿਤ ਵੇਲੇ ਬੁਲਾਕੀ ਦਾਸ ਮਹੰਤ ਦੇ ਘਰ ਬੈਠੇ ਮੁਸੱਵਰ ਸੱਦ ਲਿਆ ਤੇ ਉਹ ਬਣਾਈ ਗਿਆ ਬੈਠਾ। ਉਸੇ ਤਰ੍ਹਾਂ ਉਹ ਬਣਾ ਕੇ ਜਦੋਂ ਚਿਹਰਾ ਬਣਾਵੇ, ਚਿਹਰਾ ਨਾ ਬਣੇ, ਮਹਾਰਾਜ ਨੇ ਉਦੋਂ ਨੂੰ ਫਿਰ ਸਮਾਧੀ ਤੋਂ ਉਥਾਨ ਹੋ ਕੇ ਨੇਤਰ ਖੋਲੇ, ਪੁੱਛਿਆ ਭਾਈ ਤੂੰ ਕੀ ਕਰਦਾ? ਕਹਿੰਦਾ ਜੀ ਮੈਨੂੰ ਤਾਂ ਬੁਲਾਕੀ ਦਾਸ ਦੀ ਮਾਤਾ ਸੱਦ ਕੇ ਲਿਆਈ ਹੈ ਕਿ ਤੁਹਾਡੀ ਤਸਵੀਰ ਬਣਾਉਣੀ ਹੈ। ਮਹਾਰਾਜ ਹੱਸ ਕੇ ਕਹਿੰਦੇ ਬਣਾ ਲਈ ਫਿਰ? ਕਹਿੰਦਾ ਨਾ ਜੀ ਚਿਹਰਾ ਹੀ ਨਹੀਂ ਬਣਿਆ, ਚਿਹਰੇ ਬਿਨਾਂ ਕਾਹਦੀ ਤਸਵੀਰ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਉਹ ਤੋਂ ਫੜ ਕੇ ਉਹਦਾ ਕਲਮ ਜੀ ਜਿਹੜਾ ਆਪ ਉਹਦਾ ਹੱਥ ਫੜ ਕੇ ਮਹਾਰਾਜਾ ਪ੍ਰੇਰਨਾ ਕਰਤੀ, ਬਣਾਤਾ। ਤੇ ਫਿਰ ਉਹ ਕਹਿੰਦੇ ਲੈ ਹੁਣ ਬਣਾ ਲਾ।
ਫਿਰ ਉਹ ਬਣਿਆ ਸੀ, ਤੇ ਉਥੋਂ ਇਹ ਤਸਵੀਰ ਜਿਹੜੀ ਹੈ ਪ੍ਰਚਲਿਤ ਹੋਈ। ਤੋ ਉਹਦਾ ਇਹ ਪੁੱਤ ਸੀ ਬੁਲਾਕੀ ਦਾਸ ਮਸੰਦ, ਬਹੁਤ ਇਹੋ ਜਿਹਾ। ਪਰ ਜਦੋਂ ਕੋਈ ਬੁੱਧੀ ਕੋਈ ਵਾਰ ਹੁੰਦੀ ਹੈ, ਇਹ ਬੁੱਧੀ ਦਾ ਕੀ ਪਤਾ ਮਨ ਦਾ। ਮਨ ਤਾਂ ਕਈ ਵਾਰ ਜਿਵੇਂ ਆਮ ਸਿਆਣੇ ਕਹਿੰਦੇ ਆ ਵੀ ਹਾਥੀ ਲੰਘ ਗਿਆ ਪੂਛ ਰਹਿ ਗਈ, ਇਹਦਾ ਮਨ ਦਾ ਕੋਈ ਪਤਾ ਨਹੀਂ ਹੈ ਕਿੱਥੇ ਜਾ ਕੇ ਕੱਖ ਤੇ ਮਨ ਵਿਗੜ ਜਾਂਦਾ, ਲੱਖਾਂ ਨਿਗਾਹ ਦਿੰਦਾ ਹੈ। ਮਨ ਇਹੋ ਜਿਹਾ ਹੈ, ਇਸ ਕਰਕੇ ਮਨ ਨੂੰ ਜਿੱਤਣਾ ਬੜਾ ਔਖਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਸਾਰੀਆਂ ਜਦੋਂ ਵਸਤੂਆਂ ਆ ਗਈਆਂ, ਸਿੱਖਾਂ ਦੇ ਸਿਆਣ ਜਬਤ ਸਰਕਾਰੇ ਗੁਰੂ ਕੇ ਖਜ਼ਾਨੇ 'ਚ ਜਿਹੜਾ ਹੈ ਜਮ੍ਹਾਂ ਹੋ ਗਈਆਂ। ਬੁਲਾਕੀ ਦਾਸ ਮਸੰਦ ਬਹੁਤ ਉਸ ਸਮੇਂ ਜਿਹੜਾ ਹੈ ਸ਼ਰਮਿੰਦਾ ਹੋ ਕੇ ਫਿਰ ਇੱਥੋਂ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਉਂ ਕਿਰਪਾ ਕੀਤੀ, ਗਰੀਬ ਨਵਾਜ ਪਾਤਸ਼ਾਹ ਨੇ, ਤੇ ਹੋਰ ਵੀ ਕੁਝ ਐਸੇ ਹੋਏ ਨੇ ਜਿਨ੍ਹਾਂ ਪ੍ਰਸੰਗ ਫਿਰ ਕੱਲ੍ਹ ਆਪਾਂ ਹੁਣ ਅੱਗੇ ਪੜ੍ਹਾਂ ਸੁਣਾਂਗੇ। ਹੁਣ ਟਾਈਮ ਲਗਭਗ ਹੋਣ ਵਾਲਾ ਹੈ, ਗੁਰੂ ਸਾਹਿਬ ਜੀ ਕਿਰਪਾ ਕਰਨ। ਤੋ ਇੱਥੋਂ ਅੱਗੇ ਆਪਾਂ ਜਿਹੜੇ ਪ੍ਰਸੰਗ ਹੈ ਕਿ ਕਿਵੇਂ ਗੁਰੂ ਪਾਤਸ਼ਾਹ ਮਹਾਰਾਜ ਨੇ ਸਿੱਖਿਆ ਦਿੱਤੀ, ਕਿਹੜੇ ਕਿਹੜੇ ਕੌਤਕ ਮਹਾਰਾਜ ਜੀ ਨੇ ਕੀਤੇ, ਤੇ ਬੁੱਧੀ ਜਿਹੜੀ ਮਨ ਹੈ ਕਿਵੇਂ ਕਿੱਧਰੋਂ ਕਿੱਧਰ ਵੀ ਚਲਿਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਗੁਰਮੁਖੋ ਖੇਡਾਂ ਨੇ, ਜੋ ਕੁਝ ਸਿਖਾਉਣਾ ਹੁੰਦਾ ਉਹ ਆਪਣੇ ਪਿਆਰਿਆਂ ਰਾਹੀਂ ਹੋਈ ਦੁਨੀਆ ਨੂੰ ਸਿਖਾ ਦਿੰਦੇ ਆ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਉਂ ਦੇਖੋ ਸਿਖਾਉਣਾ ਹੈ ਦੁਨੀਆ ਨੂੰ, ਤਾਂ ਭਾਈ ਮਰਦਾਨੇ ਜੀ ਨੂੰ ਹੀ ਉਹ ਪਾਤਰ ਬਣਾ ਲੈਂਦੇ। ਕਦੇ ਭੁੱਖ ਲੱਗਣੀ, ਕਦੇ ਰੁੱਸ ਜਾਣਾ, ਬਾਬਾ ਮੈਂ ਨਹੀਂ ਰਹਿ ਸਕਦਾ ਹੁਣ ਜਾਂਦੇ, ਤੇ ਬ੍ਰਹਮ ਗਿਆਨ ਦੀ ਅਵਸਥਾ ਹੋਵੇ ਪਰ ਉਹ ਮਾਇਆ ਪਾ ਕੇ ਰੱਖਦੇ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਆਪਣੇ ਨੇੜਲਿਆਂ ਤੇ ਕਈ ਵਾਰ ਐਸੀ ਮਾਇਆ ਪਾ ਦਿੰਦੇ, ਭਰਮਾ ਦਿੰਦੇ ਆ ਚਿੱਤ, ਤੇ ਫਿਰ ਦੁਨੀਆ ਨੂੰ ਸਿੱਖਿਆ ਦੇਣੀ ਹੁੰਦੀ ਹੈ। ਤਾਂ ਆਓ ਗੁਰੂ ਸਾਹਿਬ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣ, ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।